ਅਸਲ ਤੋਂ ਉਹਦਾ ਗਿਆਨ ਹੈ, ਨਾਮ ਹੈ ਜਿਹੜਾ ਅਸੀਂ ਨਾਂ ਰੱਖਦੇ ਹਾਂ। ਜਿਵੇਂ ਉਹਨੂੰ ਗੋਬਿੰਦ ਨਾਂ ਰੱਖ ਲਿਆ, ਗੋਪਾਲ ਨਾਂ ਰੱਖ ਲਿਆ, ਸਮਝੇ? ਉਹ ਨਾਂ ਲੈ ਕੇ ਉਹਨੂੰ ਵਾਰ-ਵਾਰ ਰਟਣ ਲੱਗੇ, ਗਲਤੀ ਇਹ ਕੀਤੀ। ਹੁਣ ਅੱਧੀ ਗੱਲ ਦਾ ਪਤਾ ਹੁੰਦਾ, ਇਸ ਕਰਕੇ ਅਦਮ ਚਰਨਾਲੀ ਭਈ ਬ੍ਰਾਹਮਣ। ਸਾਡੀ ਅੱਜ ਮਤ ਵੀ ਅਦਮ ਚਰਨਾਲੀ ਹੋ, ਅੱਧੀ ਗੱਲ ਦਾ ਹਮੇਸ਼ਾ ਪਤਾ ਰਹਿੰਦਾ। ਪਰਮੇਸ਼ਰ ਨਿਰਾਕਾਰ ਹੈ, ਅੱਖਾਂ ਨੂੰ ਦੀਦਾ ਨਹੀਂ, ਜੰਮਦਾ ਮਰਦਾ ਨਹੀਂ, ਮਾਂ ਪਿਓ ਹੈ ਨਹੀਂ, ਇਹ ਜਿਹੜੀ ਜਾਣਕਾਰੀ ਹੈ ਹਮੇਸ਼ਾ ਰਹਿੰਦੀ ਹੈ, ਪਰ ਇਸੇ ਨੂੰ ਗਾਈ ਜਾਂਦੀ ਹੈ। ਉਹ ਕੀ ਹੈ ਪਰਮੇਸ਼ਰ, ਇਹਦਾ ਗਿਆਨ ਹੈ। ਉਹ ਕੀ ਹੈ ਇਹਦਾ ਪਤਾ ਨਹੀਂ, ਉਹਦੇ ਲੱਛਣਾਂ ਦਾ ਪਤਾ, ਉਹਦੇ ਸਿੰਪਟਮ ਜਿਹੜੇ ਨੇ, ਉਹਦੇ ਲੱਛਣ ਨੇ, ਜਿਹੜੇ ਉਹਦੀ ਖੂਬੀਆਂ ਨੇ, ਕੁਛ ਗੁਣ, ਉਹਨਾਂ ਦਾ ਪਤਾ। ਉਹਦੀ ਸੋਚੀ ਹੈ ਨਹੀਂ, ਸਮਝ ਹੈ ਨਹੀਂ ਕੀ ਹੈ, ਇਹ ਹੈ ਨਹੀਂ। ਮੂਰਤੀ ਵਿੱਚੋਂ ਹੋਊ ਜੀ ਦਰਸ਼ਨ, ਜੇ ਸੋਚੀ ਹੁੰਦੀ ਤਾਂ ਇਹ ਗੱਲ ਨਹੀਂ ਸੀ ਕਹਿੰਦੇ। ਉਹ ਮੂਰਤੀ ਤਾਂ ਹੈ ਹੀ ਨਹੀਂ। ਅਸਲ 'ਚ ਮੂਰਤੀ ਆਪਣੇ ਸਰੀਰ ਦੀ ਜਿਹੜੀ ਮੂਰਤੀ ਹੈ ਨਾ, ਇਹ 'ਚੋਂ ਹੋਣੇ ਸੀ ਦਰਸ਼ਨ। ਬਣਾ ਲਈ ਹੋਰ ਕਿਸੇ ਦੀ ਮੂਰਤੀ, ਮੂਰਤੀ ਦਾ ਸਰੀਰ ਆਪਣਾ ਹੀ ਮੂਰਤੀ ਹੈ। ਤਨ ਵਿੱਚੋਂ ਨਿਰਾਕਾਰ ਦੇ ਦਰਸ਼ਨ ਕਰਨੇ, ਤਨ 'ਚੋਂ ਮਨ ਖੋਜਣਾ ਸੀ, ਮਨ ਦੇ ਵਿੱਚ ਜਿਹਦੀ ਜੋਤ ਹੈ ਉਹ ਖੋਜਣਾ ਸੀ। ਇਹ ਗੱਲ ਛੱਡ ਕੇ ਮੂਰਤੀ ਮਗਰ ਲਾ ਕੇ ਵੀ ਜੋ ਆਪੇ ਦਰਸ਼ਨ ਹੋ ਜੀ। ਕਿਉਂਕਿ ਜਿਹੜੇ ਆਦਮੀ ਲੀਡਰ ਸੀ, ਪ੍ਰਚਾਰਕ, ਉਹਨਾਂ ਨੂੰ ਖੁਦ ਨੂੰ ਗਿਆਨ ਨਹੀਂ ਜਦ ਹੁੰਦਾ ਤਾਂ ਇਹੋ ਜਿਹੇ ਕੰਮ ਹੋ ਜਾਂਦੇ ਨੇ ਸ਼ੁਰੂ। ਖੁਦ ਪ੍ਰਚਾਰ ਕਰਨ ਜਦ ਗਿਆਨ ਨਹੀਂ ਦਾ ਕਹਿੰਦੇ ਨੇ ਦਰਸ਼ਨ ਕਰਨੇ ਨਿਰੰਕਾਰ ਦੇ, ਔਰ ਜੀ ਆ ਗੁਰੂ ਗ੍ਰੰਥ ਸਾਹਿਬ ਨਿਰੰਕਾਰ ਕਰ ਲਓ ਜੀ ਦਰਸ਼ਨ। ਹੋਰ ਕੀ ਕਹਿੰਦੇ ਵਿਚਾਰੇ, ਪੱਲੇ ਹੀ ਕੁਝ ਨਹੀਂ ਹੈ। ਗੁਰਬਾਣੀ ਨਾਲ ਜੁੜੇ ਨਹੀਂ ਲੋਕ, ਗੁਰਬਾਣੀ ਨੂੰ ਵਿਚਾਰਿਆ ਨਹੀਂ, ਪੜ੍ਹਿਆ ਨਹੀਂ। ਜਾਂ ਉਹ ਚਾਹੁੰਦੇ ਹੀ ਸੀ ਵੀ ਜੇ ਅਸੀਂ ਗੁਰਬਾਣੀ ਨੂੰ ਵਿਚਾਰਿਆ, ਪੜ੍ਹਿਆ, ਤਾਂ ਜਿਹੜੀ ਪਿਛਲੀ ਸਮਾਜ ਹੈ, ਅਸਲ ਜਿਹਨਾਂ ਦੇ ਇੱਕ ਆਦਮੀ ਘਰ ਦਾ ਬਣਦਾ ਸੀ ਨਾ ਸਿੱਖ, ਉਹਨਾਂ ਦੀ ਇਹ ਸ਼ਰਤ, ਇੱਕ ਆਦਮੀ ਸਿੱਖ ਬਣ ਗਿਆ, ਬਾਕੀ ਸਾਰੇ ਹਿੰਦੂ ਨੇ। ਉਹਨੇ ਕਿਹਾ ਸਿੱਖ ਹਿੰਦੂ ਦੀ ਮੱਤ ਇੱਕ ਬਣਾ ਦਿੱਤੀ। ਜੇ ਉਹ ਇਕੱਲਾ ਸਿੱਖ ਬਣਦਾ ਤਾਂ ਘਰ ਦੇ ਨੂੰ ਪਾੜਦਾ। ਜਿਹੜੇ ਨਿਹੰਗ ਸਿੰਘ ਸੀਗੇ, ਇਹ ਜਦ ਇੱਕ ਸਿੰਘ ਸੱਜ ਗਿਆ ਤਾਂ ਘਰਦਿਆਂ ਨਾਲ ਵੱਖਰਾ ਹੋ ਗਿਆ, ਵੱਖਰਾ ਹੀ ਹੋਣਾ ਪਊਗਾ। ਭਗਤਾਂ ਤੇ ਸਾਰੀਆਂ ਜੇ ਜੋੜ ਆਇਆ ਤਾਂ ਉਹਨੇ ਸਿੱਖੀ ਧਾਰਨ ਨਹੀਂ ਕੀਤੀ, ਜੇ ਸਿੱਖੀ ਧਾਰਨ ਕਰ ਲਈ ਉਹਦਾ ਜੋੜ ਨਹੀਂ ਰਹਿਣਾ। ਪਰ ਜੋੜ ਵੀ ਰੱਖਣਾ, ਸਿੱਖੀ ਵੀ ਧਾਰਨ ਕਰਨੀ, ਫਿਰ ਇਹ ਜਿਹੀ ਸਿੱਖੀ ਹੋਊ ਜੀ ਹੁਣ ਹੈਗੀ ਹੈ ਸਾਡੇ। ਇਹ ਉਹਨਾਂ ਲੋਕਾਂ ਦੀ ਦੇਣ ਹੈ ਜਿਹੜੇ ਉੱਤੋਂ ਸਿੱਖ ਬਣ ਕੇ ਅੰਦਰੋਂ ਵੜਨਾ ਚਾਹੁੰਦੇ ਨਹੀਂ ਸੀ। ਉੱਤੋਂ ਧਾਰਮਿਕ ਦੇ ਅੰਦਰੋਂ ਹੈ ਨਹੀਂ ਕੋਈ ਵੀ। ਅੰਦਰੋਂ ਜਿਹੜੇ ਹੈਗੇ ਨੇ ਉਹ ਸਮਾਜ ਤੋਂ, ਉਹ ਉਹਨਾਂ ਲੋਕਾਂ ਨੂੰ ਛੱਡ ਜਾਂਦੇ ਨੇ ਜਿਹੜੇ ਅੰਦਰੋਂ ਸਿੱਖ ਬਣਨਾ ਚਾਹੁੰਦੇ ਨੇ। ਉਹਨਾਂ ਦਾ ਕੁਦਰਤੀ ਤੌਰ 'ਤੇ ਉਹਨਾਂ ਲੋਕਾਂ ਨਾਲ ਲਿੰਕ ਟੁੱਟ ਜਾਂਦਾ। ਜਿਹੜੇ ਅੰਦਰੋਂ ਸਿੱਖ ਨਹੀਂ, ਬਾਹਰੋਂ ਸਿੱਖ, ਉਹਨਾਂ ਦੀ ਗੱਲ ਬਣਦੀ ਨਹੀਂ। ਉਹਨਾਂ ਨੂੰ ਕਿਵੇਂ ਬਣੇ? ਉਹਨਾਂ ਬਣੇ ਨਹੀਂ ਸਕਦੀ। ਜਿਹੜੇ ਲੋਕ ਬਣਾਉਂਦੇ ਨੇ ਅਸਲ 'ਚ ਸਿੱਖੀ ਨੂੰ ਤਲਾਂਜਲੀ ਦਿੰਦੇ ਨੇ, ਸਮਾਜ ਨੂੰ ਰੱਖਣਾ ਚਾਹੁੰਦੇ ਨੇ। ਸਮਾਜਿਕ ਏਕਤਾ ਰਹੇ, ਸਿੱਖੀ ਰਹੇ ਨਾ ਰਹੇ। ਜੇ ਸਿੱਖੀ ਰਹੂ, ਸਮਾਜਿਕ ਏਕਤਾ ਨਹੀਂ ਰਹਿੰਦੀ। ਜਦ ਗੁਰੂਆਂ ਨੇ ਸਿੱਖੀ, ਦੇਖੋ ਘਰ ਦੇ ਵਿੱਚ ਏਕਤਾ ਨਹੀਂ ਰਹੀ। ਸ੍ਰੀ ਚੰਦ ਲక్ష్ਮੀ ਚੰਦ ਦੋਏ ਅਲੱਗ ਹੋ ਗਏ, ਲੈਣਾ ਅਲੱਗ ਹੋ ਗਿਆ। ਉਹ ਧਰਮ ਦਾ ਪੁੱਤਰ ਹੈ ਲੈਣਾ, ਨਾਨਕ ਦਾ, ਉਹ ਸਰੀਰ ਦੇ ਮਾਇਆ ਦੁਨਿਆਵੀ ਪੁੱਤਰ ਨੇ। ਲੈਣੇ ਨੇ ਗੱਲ ਮੰਨ ਲਈ, ਉਹਨਾਂ ਨੇ ਮੰਨੀ ਨਹੀਂ, ਦੋਏ ਅੱਡ ਅੱਡ ਹੋ ਗਏ। ਐਵੇਂ ਗੁਰੂ ਅਮਰਦਾਸ ਦੇ ਅੱਡ ਅੱਡ ਹੋ ਗਏ, ਐਵੇਂ ਅੰਗਦ ਦੇ ਅੱਡ ਅੱਡ ਹੋ ਗਏ, ਐਵੇਂ ਦੋਏ ਭਾਈ ਪੰਜਵੇਂ ਪਾਤਸ਼ਾਹ ਦੇ ਵੱਖਰੇ ਵੱਖਰੇ ਹੋ ਗਏ। ਇਹ ਜ਼ਰੂਰੀ ਹੈ ਅੱਡ ਹੋ ਜਾਣਾ। ਜੇ ਅੱਡ ਨਹੀਂ ਹੋਏ ਤਾਂ ਸਿੱਖੀ ਧਾਰਨ ਨਹੀਂ ਕੀਤੀ। ਭਗਤਾਂ ਤੇ ਸਾਰੀਆਂ ਜੋੜ ਕਦੇ ਨਾ, ਇਹ ਬਿਲਕੁਲ ਸੱਚ ਹੈ। ਹੁਣ ਜੋੜ ਹੈ, ਰਣਜੀਤ ਸਿੰਘ ਵੇਲੇ ਜੋੜ ਕਰਨਾ, ਜਦ ਮਿਸਲਾਂ ਬੜੀਆਂ ਨੇ ਰਾਜ ਕਰਨਾ ਤੇ ਜੋੜ ਕਰਨਾ ਜ਼ਰੂਰੀ ਸੀ। ਜੋੜ ਬਿਨਾਂ ਫਤਿਹ ਜੰਗ ਨਹੀਂ ਸੀ ਜਿੱਤੀ, ਜੰਗਾਂ ਨਹੀਂ ਸੀ ਜਿੱਤੀਆਂ ਜਾਣੀਆਂ ਮੁਸਲਮਾਨਾਂ ਦੇ ਉੱਤੇ, ਕਿਉਂਕਿ ਫੌਜ ਚਾਹੀਦੀ ਸੀ, ਬੰਦੇ ਚਾਹੀਦੇ ਸੀ।
ਇਸ ਕਰਕੇ ਰਾਜ ਦਾ ਜਿਹੜਾ ਸੀ ਨਾ ਲਾਲਚ, ਉਹਨੇ ਸਿੱਖੀ ਨੂੰ ਤਲਾਂਜਲੀ ਦਵਾਤੀ। ਅੱਧੀ ਗੱਲ ਦਾ ਪਤਾ, ਅੱਧੀ ਦਾ ਪੰਡਤ ਨੂੰ ਵੀ ਪਤਾ ਹੀ ਸੀ। ਦੋ ਧੜੇ ਨੇ ਪਿੱਛੇ ਆ ਰਹੇ, ਇੱਕ ਬ੍ਰਾਹਮਣ ਹੈ, ਇੱਕ ਪੰਡਤ ਹੈ। ਜਿਹੜਾ ਪੰਡਤ ਹੈ ਉਹ ਇਹੋ ਜਿਹਾ ਅੱਜ ਸਾਡੇ ਨੇ ਅਸੀਂ ਗੁਰਦੁਆਰਿਆਂ ਜੋ ਪ੍ਰਚਾਰ ਹੈ, ਪੰਡਤ ਵਾਲਾ ਪ੍ਰਚਾਰ ਹੈ। ਜਿਹੜਾ ਬ੍ਰਾਹਮਣ ਦਾ ਪ੍ਰਚਾਰ ਹੈ ਉਹ ਹੈ ਇਹਦੇ ਵਾਲਾ, ਗੁਰਬਾਣੀ ਵਾਲਾ। ਭਾਵੇਂ ਬ੍ਰਾਹਮਣ ਨੂੰ ਅੱਜ ਪੂਰਾ ਪਤਾ ਨਹੀਂ ਹੈ, ਪਰ ਹਿੰਦੁਸਤਾਨ ਦਾ ਬ੍ਰਾਹਮਣ ਵੀ ਇਹ ਪੰਡਤਾਂ ਨਾਲ, ਮੂਰਤੀ ਪੂਜਾ ਵਾਲਿਆਂ ਨੂੰ ਖਿਲਾਫ ਹੈ। ਉਹ ਬ੍ਰਾਹਮਣ ਹੀ ਹੈ, ਇੱਕ ਵਿਚਾਰਧਾਰਾ ਦਾ, ਬ੍ਰਾਹਮਣੀ ਵਿਚਾਰਧਾਰਾ ਦਾ ਬੰਦਾ ਹੈ, ਜਿਹਨੇ ਇਹ ਕਹਿਤਾ ਰਾਮਚੰਦਰ ਔਰ ਕ੍ਰਿਸ਼ਨ ਨੂੰ ਭਗਵਾਨ ਸਾਬਤ ਨਹੀਂ ਕੀਤਾ ਜਾ ਸਕਦਾ, ਧਰਮ ਦੇ ਠੇਕੇਦਾਰ ਕਰਕੇ ਦਿਖਾਉਣ। ਉਹ ਬ੍ਰਾਹਮਣੀ ਭਾਸ਼ਾ, ਚਾਹੇ ਉਹਦੇ ਕੋਲ ਪੂਰਾ ਗਿਆਨ ਨਾ ਹੋਵੇ ਅਗਨੀਵੇਸ਼ ਕੋਲ, ਪਰ ਉਹ ਮੂਰਤੀ ਪੂਜਾ ਨੂੰ ਨਹੀਂ ਮੰਨ ਸਕਦਾ। ਜਿਹੜੇ ਲੋਕ ਮੂਰਤੀ ਪੂਜਾ ਦੀ ਗੱਲ ਕਰਦੇ ਨੇ, ਹੁਣ ਮੂਰਤੀ ਪੂਜਾ ਵਾਲੇ ਅਰਥ ਗੁਰਬਾਣੀ 'ਚ ਵਾੜਦੇ ਨੇ ਦਸਮ ਗ੍ਰੰਥ ਨੂੰ, ਉਹ ਅਸਲ 'ਚ ਪੰਡਤ ਦੇ ਚੇਲੇ ਨੇ। ਚੰਡੀ ਦੇ ਵੀ ਦੋ ਅਰਥ ਨੇ, ਸ਼ਿਵ ਦੇ ਵੀ ਦੋ ਅਰਥ ਨੇ, ਜਿਵੇਂ ਸਾਡੇ ਕੋਲ ਅਰਥ ਨੇ। ਬ੍ਰਾਹਮਣ ਜਿਹੜਾ ਹੈਗਾ ਸਾਡੇ ਵਾਲੇ ਅਰਥ ਲਈ ਬੈਠਾ। ਇਸ ਕਰਕੇ ਸਾਡੇ ਬ੍ਰਾਹਮਣ ਉਹਨੂੰ ਕਹਿੰਦੇ ਜਿਹੜਾ ਬ੍ਰਹਮ ਵਿਚਾਰੇ। ਕਹੀ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਤ ਹੈ। ਕਬੀਰ ਖੁਦ ਬ੍ਰਾਹਮਣ ਹੈ, ਸਾਰੇ ਭਗਤ ਖੁਦ ਬ੍ਰਾਹਮਣ ਨੇ, ਸਿੱਖ ਸਾਰੇ ਬ੍ਰਾਹਮਣ ਨੇ, ਪਰ ਪੰਡਤ ਨਹੀਂ, ਕਿਉਂਕਿ ਪੰਡਤ ਨੇ ਬਾਟ ਪਾੜੀ ਹੈ। ਇੱਥੋਂ ਪੰਡਤ ਔਰ ਬ੍ਰਾਹਮਣ ਜੇ ਅੱਡ ਅੱਡ ਕਰਕੇ ਚੱਲੀਏ, ਅੱਜ ਦੋਏ ਕਿਸਮ ਦੇ ਅਰਥ ਨੇ ਬਾਜ਼ਾਰ 'ਚ। ਪਰ ਜਿਹੜੇ ਲੋਕ ਪੰਡਤ ਵਾਲੇ ਅਰਥ ਮੰਨਦੇ ਨੇ ਸਿੱਖਾਂ 'ਚ, ਬ੍ਰਾਹਮਣ ਵਾਲੇ ਅਰਥ ਨਹੀਂ ਮੰਨਦੇ, ਉਹਨਾਂ ਨੇ ਬਾਟ ਪਾੜੀ ਹੈ ਸਿੱਖੀ। ਅਸੀਂ ਪਿੱਛੋਂ ਲੈਣਾ। ਅੱਜ ਜਿਹੜੇ ਚੰਡੀ ਨੂੰ ਮੂਰਤੀ ਦੀ ਗੱਲ ਕਰਦੇ ਨੇ, ਉਹ ਅਸਲ 'ਚ ਪੰਡਤ ਨੇ। ਬ੍ਰਾਹਮਣ ਹਿੰਦੁਸਤਾਨ ਦਾ ਨਹੀਂ ਕਹਿੰਦਾ ਮੂਰਤੀ ਹੈ, ਉਹ ਕਹਿੰਦਾ ਸ਼ਕਤੀ ਹੈ, ਉਹ ਆਦਿ ਸ਼ਕਤੀ ਹੈ। ਉਹ ਸ਼ਕਤੀ ਮੰਨਦੇ ਨੇ। ਸ਼ਿਵ ਨੂੰ ਵੀ ਬੰਦਾ ਨਹੀਂ ਮੰਨਦੇ। ਉਹ ਕਹਿੰਦੇ ਤਾਂ ਮਹਾਦੇਵ ਹੈ, ਸ਼ਿਵ ਨਹੀਂ ਹੈ। ਸ਼ਿਵ ਨਾ ਜੰਮਦਾ ਕਦੇ ਨਾ ਮਰਦਾ। ਸ਼ਿਵ ਸ਼ਕਤੀ ਆਪ ਉਪਾਏ ਕੇ। ਕੀ ਕਹਿ ਰਿਹਾ ਗੁਰੂ ਅਮਰਦਾਸ ਜੀ? ਤਾਂ ਸਵਈਏ ਚੱਲਦੇ ਨੇ, ਇਹੀ ਤਾਂ ਕਹਿ ਰਿਹਾ ਆਨੰਦ ਸਾਹਿਬ 'ਚ। ਸ਼ਿਵ ਸ਼ਕਤੀ ਆਪ ਉਪਾਏ ਕੇ ਕਰਤਾ ਆਪੇ ਹੁਕਮ ਕਰਦਾ ਹੈ। ਹੁਣ ਸ਼ਕਤੀ ਦੀ ਵੀ ਗੱਲ ਗੁਰੂ ਅਮਰਦਾਸ ਨੇ ਕੀਤੀ ਹੈ, ਸ਼ਿਵ ਦੀ ਵੀ ਗੱਲ ਕੀਤੀ ਹੈ, ਕਿਉਂਕਿ ਸ਼ਿਵ ਗੰਗਾ ਨਾਲ ਸੰਬੰਧਿਤ ਹੈ। ਗੰਗਾ ਸ਼ਿਵ ਜੀ ਤੋਂ ਪੈਦਾ ਹੋਈ ਹੋਈ ਕਹਿੰਦੇ ਨੇ। ਸ਼ਿਵ ਪਰਮੇਸ਼ਰ ਦੀ ਗੱਲ ਹੈ ਤੇ ਸ਼ਿਵ ਉਹ ਮਹਾਦੇਵ ਦੀ ਨਹੀਂ ਗੱਲ। ਉਹ ਕਹਿੰਦੇ ਉਹਦੀ ਜਟਾ ਚੋਂ ਨਿਕਲੀ ਆ ਗੰਗਾ। ਜਟਾ ਨੇ ਤਾਂ ਰੋਕੀ ਸੀ ਗੰਗਾ, ਜਟਾ ਦਾ ਵਿਰੋਧ ਖੜੀਆਂ ਨੇ ਗੰਗਾ ਦੇ। ਸ਼ਿਵ ਨੇ ਸ਼ਕਤੀ ਪੈਦਾ ਕੀਤੀ। ਸ਼ਕਤੀ ਕੀ ਹੈ? ਸ਼ਕਤੀ ਉਹਦੀ ਇੱਛਾ ਸ਼ਕਤੀ ਹੈ। ਉਹਦੇ ਅੰਦਰ ਇੱਛਾ ਪੈਦਾ ਹੋਈ ਸੰਸਾਰ ਪੈਦਾ ਕਰਨਾ ਕਰਤਾ। ਉਹਦੀ ਇੱਛਾ, ਉਹਦਾ ਭਾਣਾ ਹੀ ਸੰਸਾਰ ਨੂੰ ਪੈਦਾ ਕਰਦਾ। ਉਹਦੇ ਭਾਣੇ 'ਚ ਸੰਸਾਰ ਦੀ ਪਾਲਣਾ ਹੋ ਰਹੀ ਹੈ। ਉਹਦੇ ਭਾਣੇ ਅਨੁਸਾਰ ਹੀ ਸੰਸਾਰ ਮ੍ਰਿਤਿੂ ਨੂੰ ਪ੍ਰਾਪਤ ਕਰ ਰਿਹਾ। ਉਹਦੇ ਭਾਣੇ ਅਨੁਸਾਰ ਹੀ ਸਰੀਰ ਦਾ ਐਂਡ ਹੈ। ਉਹਦੇ ਭਾਣੇ ਅਨੁਸਾਰ ਹੀ ਜਨਮ ਮਿਲਦਾ। ਉਹਦੇ ਭਾਣੇ ਅਨੁਸਾਰ ਹੀ ਪਾਲਣਾ ਹੁੰਦੀ ਹੈ। ਉਹਦੇ ਭਾਣੇ ਅਨੁਸਾਰ ਹੀ ਜੀਵਾਂ ਦਾ ਮੌਤ ਹੁੰਦੀ ਹੈ। ਤਿੰਨੇ ਗੱਲਾਂ ਉਹਦੇ ਭਾਣੇ 'ਚ ਹੁੰਦੀਆਂ। ਉਹਦੀ ਇੱਛਾ ਸ਼ਕਤੀ, ਇੱਛਾ ਅਨੁਸਾਰ ਜਿਹੜੀ ਉਹਦੀ ਇੱਛਾ, ਉਸ ਨੂੰ ਅਸੀਂ ਹੁਕਮ ਕਹਿੰਦੇ ਹਾਂ। ਗੁਰਬਾਣੀ ਨੇ ਉਹਨੂੰ ਹੁਕਮ ਮੰਨ ਲਿਆ। ਬ੍ਰਾਹਮਣ ਦੀ ਯਾਰ ਸੋਚ ਇੱਕ ਹੈ, ਸਾਡੀ ਬ੍ਰਹਮ ਗਿਆਨੀਆਂ ਦੀ ਸੋਚ ਇੱਕ ਹੈ। ਇੱਥੇ ਆ ਕੇ ਜਿਹੜੇ ਅੱਜ ਵੀ ਜੜੇ ਹੋਏ ਨੇ, ਅਸਲ 'ਚ ਪੰਡਤ ਦੇ ਚੇਲੇ ਨੇ, ਬ੍ਰਾਹਮਣ ਨਹੀਂ ਹਨ। ਬ੍ਰਹਮ ਵਿਚਾਰ ਨਾਲੇ ਹੁਣ ਦੋ ਧੜੇ ਹੋ ਜਾਣੇ ਨੇ ਇੱਥੇ ਆ ਕੇ। ਇੱਕ ਤਾਂ ਹੋ ਜਾਣਾ ਬ੍ਰਹਮ ਗਿਆਨੀਆਂ ਦਾ ਧੜਾ, ਜਿਹੜੇ ਨਿਰਾਕਾਰ ਤੱਕ ਪਹੁੰਚ ਜਾਣਗੇ, ਜਿਹੜੇ ਨਿਰਾਕਾਰ ਦੀ ਖੋਜ ਕਰਨਗੇ, ਨਿਰਾਕਾਰ ਤੱਕ ਪਹੁੰਚ ਜਾਣਗੇ। ਔਰ ਜਿਹੜੇ ਮੂਰਤੀ ਪੂਜਾ ਦੀ ਗੱਲ ਕਰਦੇ ਨੇ, ਨਿਰਾਕਾਰ ਦੀ ਗੱਲ ਨਹੀਂ ਕਰਦੇ। ਉਹ ਨਿਰਾਕਾਰ ਵਾਲੀ ਭਾਸ਼ਾ ਵੀ ਨਹੀਂ ਜਾਣਦੇ। ਜੇ ਨਿਰਾਕਾਰ ਦੀ ਭਾਸ਼ਾ ਜਾਣਦੇ ਹੋਣ ਤਾਂ ਦੱਸਣ। ਉਹ ਉਹੀ ਭਾਸ਼ਾ ਪੰਡਤ ਵਾਲੀ ਜਾਣਦੇ ਨੇ। ਸਗੋਂ ਸਿੱਧ ਕਰਨਾ ਚਾਹੁੰਦੇ ਨੇ ਕਿ ਦਸਮ ਗ੍ਰੰਥ ਜਿਹੜਾ ਹੈ, ਦਸਮ ਭਾਸ਼ਾ ਦੀ ਲਿਖਤ ਨਹੀਂ ਹੋ ਸਕਦੀ, ਕਿਉਂਕਿ ਦਸਮ ਗ੍ਰੰਥ ਹੀ ਇੱਕ ਐਸਾ ਗ੍ਰੰਥ ਹੈ ਜਿਹੜਾ ਬਿਲਕੁਲ ਸਤਿਆਨਾਸ਼ ਕਰ ਦਿੰਦਾ ਮੂਰਤੀ ਪੂਜਾ ਦਾ।
ਹੋਈ ਮੂਰਤੀ ਪੂਜਾ ਦੇ ਖਿਲਾਫ। ਉਹਨਾਂ ਨੇ ਮੂਰਤੀ ਪੂਜਾ ਵਾਲੇ ਅਰਥ ਉਹਨਾਂ ਦੇ ਅੰਦਰ ਨੇ ਬਸੇ ਹੋਏ। ਪੰਡਤ ਵਾਲੇ ਅਸਲ 'ਚ ਪੰਡਤ ਦਾ ਡਿਫੈਂਸ ਕਰ ਰਹੇ ਨੇ ਉਹ ਲੋਕ, ਜਾਂ ਫਿਰ ਦੱਸਣ ਵੀ ਉਹ ਚੰਡੀ ਜਿਹੜੀ ਹੈ ਇਹਦੇ ਵਿੱਚ ਵੀ ਆਈ ਹੈ, ਇਹਦੇ ਵਿੱਚ ਵੀ ਆਈ ਹੈ ਦੇਵੀ। ਤਾਂ ਉਹ ਦੇਵੀ ਕਿਹੜੀ ਹੈ ਜਿਹੜੀ ਗੁਰਬਾਣੀ ਚਾਹੀਦੀ, ਉਹਦਾ ਰੂਪ ਕੀ ਹੈ? ਜਿਹੜੀ ਸ਼ਿਵ ਸ਼ਕਤੀ ਆਪ ਉਪਾਇ ਕਰਤਾ, ਉਹ ਕੌਣ ਸ਼ਕਤੀ ਹੈ? ਉਹੀ ਸ਼ਕਤੀ ਤਾਂ ਚੰਡੀ ਹੈ। ਉਹ ਸ਼ਕਤੀ ਕਿਹੜੀ ਹੈ? ਉਹ ਜਿਹੜੀ ਦਸਮ ਪਾਤਸ਼ਾਹ ਵਾਲੀ ਸ਼ਕਤੀ ਹੈ, ਉਹ ਕਿਹੜੀ ਹੈ? ਦੋਹਾਂ 'ਚ ਕੀ ਫਰਕ ਹੈ? ਫਰਕ ਸਮਝਾਓ। ਇਹ ਬੜੇ ਸ਼ਾਤਰ ਲੋਕ ਨੇ। ਹਾਂ, ਹੁਣ ਗਾ ਰਹੇ ਨੇ ਹੋਰ, ਸਿਮਰੈ ਸੋਈ ਨਾਮ ਜਗ ਹਰ ਕਿਨਰ। ਜਗ ਕਿਨਰ ਵੀ ਗਾ ਰਹੇ ਨੇ। ਉਹ ਐਵੇਂ ਹੀ ਗਾ ਰਹੇ ਨੇ ਜਿਵੇਂ ਇੱਥੇ ਕੀਰਤਨ ਕਰਦੇ ਰਹੇ ਨੇ ਦਰਸ਼ਨ ਸੋਹਣੀ ਰਾਗੀ। ਪਤਾ ਕੁਛ ਨਹੀਂ ਹੈ, ਕੀਰਤਨ ਕਰੀ ਗਏ ਨੇ। ਗਾਉਂਦੇ ਤਾਂ ਉਹ ਵੀ ਰਹੇ ਨੇ ਗੁਰਬਾਣੀ, ਪਰ ਗੁਰਬਾਣੀ ਦੀ ਸੋਝੀ ਹੈ ਨਹੀਂ ਹੈ। ਇੱਕ ਕੀ ਹੈ ਉਹਦੀ ਸੋਝੀ ਹੈ ਨਹੀਂ ਹੈ। ਐਵੇਂ ਹੀ ਉਹ ਗਾ ਰਹੇ ਸੀ ਜਿਵੇਂ ਸਾਡੇ ਅੱਜ ਗਾ ਰਹੇ ਨੇ। ਗੁਰਬਾਣੀ ਉਹੀ ਸੱਚੀ ਬਾਣੀ ਗਾ ਰਹੇ ਨੇ, ਗੁਰਬਾਣੀ ਬਾਰੇ ਪਤਾ ਨਹੀਂ ਕੀ ਗਾ ਰਹੇ ਨੇ। ਇਹੋ ਜਿਹੀ ਗੱਲ ਉਦੋਂ ਸੀ, ਇਹੋ ਜਿਹੀ ਉਹ ਅੱਜ। ਸਾਧਕ ਸਿੱਧ ਸਮਾਧਿ ਹਰਾ। ਸਾਧਕ ਸਿੱਧ ਸਮਾਧ ਵਾਲੇ ਸਾਰੇ ਜਿਵੇਂ ਸਿੱਖ ਨੇ ਸਾਰੇ ਗਾ ਰਹੇ ਨੇ। ਔਰ ਜਿਹੜੇ ਆਪਣੇ ਤਕਰੀਬਨ ਹਿੰਦੂਆਂ ਦੇ ਵਿੱਚ ਕੀ ਸਿੱਖਾਂ 'ਚ ਗੁਰਬਾਣੀ ਸਾਰੇ ਹੀ ਪੜ੍ਹ ਰਹੇ ਨੇ। ਸਿੱਧੀ ਸਾਰੇ ਹਿੰਦੂ ਤਾਂ ਹੈ ਨਹੀਂ ਉਹ ਕਹਾਉਂਦੇ, ਸਿੱਧੀ ਸਾਰੇ ਹੀ ਮੋਨੇ ਨੇ। ਦੇਖਣ ਨੂੰ ਅਸੀਂ ਕਹਾਂਗੇ ਉਹ ਸਿੱਖ ਨਹੀਂ, ਕਿਉਂਕਿ ਅਸੀਂ ਤਾਂ ਸਿੱਖਦਾਰੀ ਕਿਸੇ ਨੂੰ ਰੱਖਿਆ ਹੈ ਨਾ। ਪਰ ਅਸੀਂ ਸਿੱਖ ਤਾਂ ਉਹ ਹੈ ਜਿਹੜਾ ਗੁਰਬਾਣੀ 'ਤੇ ਚੱਲਦਾ, ਗੁਰਬਾਣੀ ਨੂੰ ਮੰਨਦਾ, ਗੁਰਬਾਣੀ ਦਾ ਸਟੂਡੈਂਟ ਹੈ। ਉਹ ਸਾਰੇ ਹੀ ਬਾਣੀ ਪੜ੍ਹਦੇ ਨੇ, ਸੋਝੀ ਹੈ ਨਹੀਂ ਕਿਸੇ ਨੂੰ। ਸਿਮਰੈ ਨਖੱਤਰ ਆਵਰ ਧਰੂ ਮੰਡਲ ਨਾਮ ਨਖੱਤਰ ਕੀ ਹੁੰਦਾ? ਜਿਹੜੇ ਵੱਡੇ ਵੱਡੇ ਰਿਸ਼ੀ ਮੁਨੀ ਨੇ, ਉਹਨਾਂ ਦੇ ਜਿਹੜੇ ਚੇਲੇ ਹੁੰਦੇ, ਜਿਵੇਂ ਸਿੱਖ ਹੈ ਨਾ ਸਾਡੇ ਸਿੱਖ, ਰਿਸ਼ੀ ਮੁਨੀਆਂ ਦੇ ਚੇਲਿਆਂ ਨੂੰ ਨਖੱਤਰ ਕਹਿੰਦੇ ਸੀ। ਜਿਵੇਂ ਅਸੀਂ ਸਿੱਖ ਕਹਿੰਦੇ ਹਾਂ ਨਾ, ਉਹ ਨਖੱਤਰ ਕਹਿੰਦੇ ਸੀ। ਨਕਸ਼ਤਰ ਕਹਿੰਦੇ ਸੀ। ਇਹ ਜਿਹੜੇ ਛੋਟੇ ਤਾਰੇ ਨੇ ਇਹਨਾਂ ਨੂੰ ਨਖੱਤਰ ਕਹਿੰਦੇ ਨੇ, ਜਿਹੜੇ ਵੱਡੇ ਤਾਰੇ ਨੇ ਇਹਨਾਂ ਨੂੰ ਰਿਸ਼ੀ ਕਹਿੰਦੇ ਨੇ, ਜਿਹੜਾ ਧਰੂ ਆ ਖੜਾ ਉਹਨੂੰ ਉਹ ਖੜਾ ਕਹਿੰਦੇ ਨੇ। ਇਹ ਅਸਲ 'ਚ ਬਾਹਰ ਬਣਾਏ ਹੋਏ ਨੇ, ਅੰਦਰ ਜਿਹਦਾ ਮਨ ਥਿਰ ਹੋ ਗਿਆ, ਇੱਕ ਹੋ ਗਿਆ, ਗੁਰਮੁਖ ਹੈ, ਉਹ ਧਰੂ ਹੈ। ਧਰੂ ਹੈ ਨਾ, ਧਰੂ ਪ੍ਰਹਲਾਦ, ਜਿਹਦਾ ਮਨ ਤਾਂ ਥਿਰ ਹੋ ਗਿਆ, ਗੁਰਮੁਖ ਹੈ, ਉਹ ਧਰੂ ਹੈ। ਜਿਹੜਾ ਉਹਦੇ ਆਲੇ ਦੁਆਲੇ ਘੁੰਮਦਾ ਜੇ, ਉਹ ਤੋਂ ਸਿੱਖਿਆ ਲੈ ਰਿਹਾ। ਗੁਰੂ ਦੇ ਜਿਵੇਂ ਆਲੇ ਦੁਆਲੇ ਸਿੱਖ ਸੀ ਫਿਰਦੇ, ਜਿਵੇਂ ਭੌਰਾ ਫਿਰਦਾ ਹੁੰਦਾ ਫੁੱਲ ਦੇ ਆਲੇ ਦੁਆਲੇ, ਉਹ ਜਿਹੜੇ ਸਿੱਖ ਨੇ ਉਹ ਕੌਣ ਨੇ? ਰਿਸ਼ੀ ਨੇ। ਜਿਹੜੇ ਉਹਨਾਂ ਦੇ ਗਾਂ ਪਿੱਛੇ ਨੇ ਹੋਰ, ਉਹ ਨਖੱਤਰ ਨੇ। ਨਖੱਤਰ ਤਾਂ ਪੂਰੀ ਸਮਾਜ ਹੀ ਹੁੰਦੀ ਹੈ। ਫਿਰ ਆ ਜਿਹੜੀ ਸਿੱਖ ਸਮਾਜ ਹੈ ਨਖੱਤਰੇ ਹੈ, ਸ਼ਰਧਾ ਰੱਖਦੀ ਹੈ, ਗਿਆਨ ਕੋਈ ਨਹੀਂ। ਸ਼ਰਧਾ ਹੈ ਗੁਰਦੁਆਰੇ ਤੇ, ਗਿਆਨ ਕੋਈ, ਆਪਣੀ ਲਾਈਟ ਕੋਈ ਨਹੀਂ ਉਹਨਾਂ ਕੋਲ ਖਾਸ। ਕਿਸੇ ਨੂੰ ਲਾਈਟ, ਤਾਰੇ ਨਹੀਂ ਲਾਈਟ ਦੇ ਸਕਦੇ ਕਿਸੇ ਨੂੰ। ਜੇ ਇਕੱਲਾ ਤਾਰਾ ਰਹਿ ਜਾਏ ਉਹਨੇ ਕੀ ਲਾਈਟ ਦੇਣੀ? ਤੇ ਚੰਦਰਮਾ ਨਹੀਂ ਲਾਈਟ ਦੇ ਸਕਦਾ ਸਾਨੂੰ। ਤਾਂ ਸੂਰਜ, ਜਾਂ ਸੂਰਜ ਚੜ੍ਹਦਾ ਸਾਰੇ ਬੇਕਾਰ ਹੋ ਜਾਂਦੇ ਨੇ। ਵਿੱਚ ਤਾਰੇ ਤਾਂ ਪਹਿਲਾਂ ਜਾਂਦੇ ਨੇ। ਤਾਰੇ ਦਾ ਅੱਧੇ ਤੋਂ ਘੱਟ ਦੀਦੇ ਨੇ ਜੇ ਚੰਦਰਮਾ ਚੜ੍ਹਿਆ ਹੋਵੇ ਨਾ ਪੂਰਾ ਆਕਾਸ਼ 'ਚ। ਤਾਰੇ ਚੌਥਾ ਹਿੱਸਾ ਹੀ ਦਿੰਦੇ ਨੇ, ਤੇ ਕਿਸੇ ਤਾਰੇ ਜਲੋਪ ਹੋ ਜਾਂਦੇ ਨੇ। ਜਦੋਂ ਕੁਛ ਗਿਆਨਵਾਨ ਆਦਮੀ ਆਉਂਦੇ ਨੇ, ਜਿਵੇਂ ਸਾਡੇ ਗਿਆਨਵਾਨ ਹੁੰਦੇ ਨੇ, ਉਹ ਪ੍ਰਚਾਰ ਕਰਦੇ ਰਹੇ ਨੇ, ਉਹਨਾਂ ਮੂਹਰੇ ਪਬਲਿਕ ਦਾ ਹਥਿਆਰ ਸੜ ਜਾਂਦੀ ਹੈ। ਪਬਲਿਕ ਨੂੰ ਕਿਤੇ ਗਿਆਨ ਹੁੰਦਾ। ਸੁਣਨ ਵਾਲੇ ਨਖੱਤਰ ਨੇ, ਸੁਣਾਉਣ ਵਾਲੇ ਰਿਸ਼ੀ ਮੁਨੀ ਨੇ, ਉਹ ਤਾਂ ਉਹਨਾਂ 'ਤੇ ਪ੍ਰਭਾਵਿਤ ਹੋ ਜਾਂਦੇ ਨੇ। ਹਾਂਜੀ, ਇਹ ਸਾਰੇ ਹੀ ਸਿਮਰਦੇ ਰਹੇ ਨੇ, ਇਸੇ ਹੀ ਨਾਮ ਨੂੰ, ਇਸੇ ਗਿਆਨ ਦੀ ਗੱਲ ਕਰਦੇ ਰਹੇ ਨੇ। ਗੀਤਾ ਵਿੱਚ ਇਹਦਾ ਹੀ ਗਿਆਨ ਹੈ, ਇਹਦੀ ਉਹ ਵਿਚਾਰ ਕਰਦੇ ਨੇ। ਗੀਤਾ ਦੇ ਵਿੱਚ ਜਿਹੜੇ ਵਿਚਾਰ ਕਰਨ ਵਾਲੇ ਨੇ ਉੱਪਰ, ਆ ਜਿਹੜੇ ਸੁਣਨ ਵਾਲੇ ਨੇ ਨਖੱਤਰ ਨੇ, ਉੱਪਰ ਉਹ ਰਿਸ਼ੀ ਬੈਠੇ ਨੇ। ਉਹਨਾਂ ਦੇ ਜਿਹੜੇ ਗਿਆਨ ਕਰਾਉਣ ਵਾਲੇ ਰਿਸ਼ੀ ਮੁਨੀ ਇਹੋ ਜਿਹੇ ਹੁੰਦੇ ਸੀ। ਸਾਧ ਬੈਠੇ ਨੇ ਜਿਹੜੇ ਰਿਸ਼ੀ ਮੁਨੀ ਨੇ, ਥੱਲੇ ਜਿਹੜੀ ਪਬਲਿਕ ਬੈਠੀ ਹੈ ਨਖੱਤਰ ਹੈ। ਹਾਂਜੀ, ਨਾਰਦਾਦ ਪ੍ਰਹਲਾਦ ਬਰਾ। ਨਾਰਦ ਆਦਿਕ, ਨਾਰਦ ਉਹ ਹੈ ਗੁਰਮੁਖ,
ਜਿਹੜੇ ਨਾਰਦ ਸੀ, ਗੁਰਮੁਖ ਸੀ, ਉਹ ਵੀ ਇਸ ਨੂੰ ਸਿਮਰਦੇ ਰਹੇ ਨੇ। ਪ੍ਰਹਿਲਾਦ ਵਰਾ ਪ੍ਰਹਲਾਦ ਵਰਗੇ ਵੀ ਜਿਹੜੇ ਭਰੇ ਗਏ। ਪ੍ਰਹਲਾਦ ਜਿਹੜਾ ਜਿਹਦਾ ਮਨ ਮਾਇਆ ਚੋਂ ਫਸਿਆ ਹੋਇਆ ਨਿਕਲ ਕੇ ਗਿਆਨ ਨੇ ਵੜ ਲਿਆ, ਗਿਆਨ ਨੇ ਜਿਹਦਾ ਮਨ ਗਿਆਨ ਨੇ ਵੱਜ ਗਿਆ, ਗਿਆਨ ਨੇ ਰੋਕ ਲਿਆ, ਉਹ ਵਰਾ ਹੈ, ਭਰਿਆ ਗਿਆ ਹੋਇਆ, ਵੜਿਆ ਗਿਆ ਅਸਲ ਦੇ ਵਿੱਚ। ਜਿਹੜਾ ਗਿਆਨ ਨੇ ਘੇਰ ਲਿਆ ਮਨ, ਗੁਰਬਾਣੀ ਨੇ ਕਿਤੇ ਹਿੱਲੇ ਨਹੀਂ ਸਕਦਾ, ਉਹ ਪ੍ਰਹਲਾਦ ਹੈ। ਪ੍ਰਹਲਾਦ ਉਹਨੂੰ ਕਹਿੰਦਾ ਜਿਹਦਾ ਮਨ ਗਿਆਨ ਹੈ ਚਾਰੇ ਪਾਸੇ ਤੇ ਘੇਰ ਕੇ ਖੜਾ ਕਰ ਦੂ, ਨਹੀਂ ਜਾ ਸਕਦਾ, ਕਾਬੂ ਆ ਜਾਵੇ ਜਿਹਦਾ ਮਨ, ਸਰੈਂਡਰ ਹੋ ਜਾਵੇ ਜਿਹਦਾ ਮਨ। ਜਿਵੇਂ ਸ਼ਤਰੰਜ ਖੇਲਦੇ ਨੇ, ਉਹ ਕਹਿੰਦਾ ਵੀ ਰਾਜਾ ਤੇਰਾ ਮਾਰਿਆ ਗਿਆ, ਉਹ ਹਥਿਆਰ ਸੁੱਟਣਾ ਵੀ ਬਾਜੀ ਹਾਰ ਗਿਆ। ਐਵੇਂ ਜਿਹੜਾ ਬਾਜੀ ਮਨ ਹਾਰ ਜਾਂਦਾ, ਮਨ ਕੇ ਹਾਰੇ ਜੀਤ ਹੈ। ਜਿੱਤੇ ਜਨ ਪਦਾਰਥ ਜਿੱਤੇ ਹੀ ਜਾਣਾ ਜ਼ਿਆਦਾ, ਜਾਂ ਬੁੱਧੀ ਨੇ ਮਨ ਜਿੱਤ ਲੈਣਾ ਆਪਣਾ। ਮਨ ਜੀਤੇ ਜਗ ਜੀਤ ਹੈ। ਜਿੱਦਣ ਅਕਲ ਨੇ ਮਨ ਜਿੱਤ ਲਿਆ, ਅਕਲ ਮਿਲਣੀ ਹੈ ਇੱਥੋਂ। ਅਕਲ ਲਿਵ ਲੱਗੀ ਇਹੀ ਹੈ। ਇਹ ਜਿਹੜੀ ਲਿਵ ਲੱਗਦੀ ਹੈ ਗੁਰਬਾਣੀ ਨੂੰ, ਅਕਲ ਪੈਦਾ ਕਰਨ ਵਾਸਤੇ ਲੱਗਦੀ ਹੈ। ਜਿੱਤਣ ਸਾਡੇ ਕੋਈ ਨਹੀਂ ਅਕਲ ਆ ਗਈ, ਮਨ ਅਸੀਂ ਜਿੱਤ ਲਿਆ ਆਪਣਾ ਆਪੇ। ਕਿਸੇ ਦੀ ਲੋੜ ਨਹੀਂ ਮਨ ਜਿੱਤਣ ਵਾਸਤੇ, ਕਿਸੇ ਗੁਰਦੁਆਰੇ ਜਾ ਕੇ ਮੱਥਾ ਟੇਕਣ ਦੀ ਲੋੜ ਨਹੀਂ, ਕਿਸੇ ਗੁਰੂ ਅੱਗੇ ਧੂਪ ਦੀਪ ਜਲਾਉਣ ਦੀ ਲੋੜ ਨਹੀਂ, ਕੋਈ ਪੈਸਾ ਕਿਸੇ ਨੂੰ ਦੇਣ ਦੀ ਲੋੜ ਨਹੀਂ। ਮਨ ਤੁਹਾਨੂੰ ਆਪਣੀ ਅਕਲ ਪੈਦਾ ਕਰਕੇ ਆਪਣੇ ਤੋਂ ਉਹਦੇ ਨਾਲ ਜਿੱਤਣਾ ਪੈਣਾ। ਕੋਈ ਕੁਛ ਨਹੀਂ ਕਰ ਸਕਦਾ ਮਨ ਜਿੱਤਣ ਵਾਸਤੇ ਆਪਣਾ, ਉਹ ਤਾਂ ਆਪਣੇ ਹੱਥੀਂ ਆਪਣਾ ਵਿਗਾੜਿਆ ਵੀ ਮਨ ਅਸੀਂ ਹੈ, ਸੰਭਾਲਣਾ ਵੀ ਅਸੀਂ ਆਪੇ। ਵਿਗਾੜਿਆ ਅਸੀਂ ਆਪੇ ਢਿੱਲ ਦੇ ਕੇ ਮਨ ਨੂੰ ਢਿੱਲ ਦਿੱਤੀ ਹੈ ਤਾਂ ਵਿਗੜਿਆ। ਮਨ ਦੀ ਕਸ ਦੋ ਚਾਰੇ ਪਾਸੇ ਤੇ, ਜਾਂ ਕੰਮ ਨਹੀਂ ਕਰਨਾ ਬਸ। ਤੇ ਕਬਲ ਤੇ ਮੈਂ ਗੱਲ ਵੀ ਮਨ ਕੌਣ ਹੁੰਦਾ ਕੰਮ ਕਰਨਾ? ਢਿੱਲ ਤਾਂ ਅਕਲ ਨੇ ਅੰਦਰਲਾ ਜਿਹਦਾ ਮਨ ਹੈ ਉਹਨੇ ਢਿੱਲ ਦਿੱਤੀ ਹੋਈ ਹੈ। ਇਹ ਗੱਲ ਝੂਠ ਹੈ ਕਿ ਮਨ ਨਹੀਂ ਮੰਨਦਾ, ਇਹ ਬਹਾਨਾ ਮਨ ਨਹੀਂ ਮੰਨਦਾ। ਅਸਲ ਜਿਹਦਾ ਮਨ ਹੈ ਉਹੀ ਨਹੀਂ ਮੰਨਦਾ। ਆਪ ਬਰੀ ਹੁੰਦਾ ਕਹਿ ਕੇ ਮੇਰਾ ਤਾਂ ਜੀ ਮਨ ਨਹੀਂ ਮੰਨਦਾ। ਉਹ ਤੂੰ ਹੀ ਨਹੀਂ ਮੰਨਦਾ, ਤੇਰਾ ਮਨ ਤੇ ਤੋਂ ਵੱਖਰਾ ਹੈ। ਇਹ ਸਿਰਫ ਬਹਾਨੇ ਨੇ, ਗੱਲਾਂ ਨੇ, ਘੁਮਾਤੀ ਗੱਲ। ਆਪ ਬਰੀ ਹੋ ਗਿਆ, ਮਨ ਤੇ ਦੋਸ਼ ਲਾਤਾ। ਹਾਂਜੀ, ਸਸੀਰ ਅਰ ਸੂਰ ਨਾਮ ਉਲਾਸੈ। ਸਸੀ ਔਰ ਸੂਰ। ਸਸੀ ਕੀ ਹੈ? ਮਨ। ਸੂਰ ਕੀ ਹੈ? ਜਿਹਦਾ ਮਨ ਹੈ, ਚਿੱਤਰ ਮਨ। ਜਿੱਦਣ ਨਾਮ ਮਿਲ ਜਾਂਦਾ ਹੈ ਦੋਏ ਖੁਸ਼ ਹੋ ਜਾਂਦੇ ਨੇ। ਸਸੀ ਅਰ ਸੂਰ ਨਾਮ ਉਲਾਸੈ। ਉਲਾਸੇ ਹੋਣਾ, ਦੇਖੋ ਇੱਕ ਹੁੰਦਾ ਉਲਾਸ ਜਿਹੜਾ ਲਫ਼ਜ਼ ਹੈ ਨਾ, ਵਿਕਾਸ ਦੇ ਨਾਲ ਉਲਾਸ ਹੈ ਲਫ਼ਜ਼। ਉਲਾਸ ਲਫ਼ਜ਼ ਦੇ ਵਿੱਚ ਜਿਹੜਾ ਸੀ ਹਿੰਦੀ ਦਾ ਲਫ਼ਜ਼ ਹੈ, ਵਿਕਾਸ ਨਵਾਂ ਕੜਿਆ ਹੋਇਆ ਲਫ਼ਜ਼ ਹੈ ਗੁਰਮਤਿ। ਜਿਹੜਾ ਹਰਸ਼ੋ ਉਲਾਸ ਲਫ਼ਜ਼, ਹਰਸ਼ ਔਰ ਉਲਾਸ। ਹਰਸ਼ ਹੁੰਦਾ ਖੁਸ਼ੀ। ਜਦੋਂ ਇੰਨੀ ਖੁਸ਼ੀ ਹੋ ਜਾਏ, ਖੁਸ਼ੀ ਦਾ ਅੰਤੇ ਨਾ ਰਹੇ, ਉਹਨੂੰ ਉਲਾਸ ਕਹਿੰਦੇ। ਹਰਸ਼ ਇੰਨਾ ਹੋ ਜਾਵੇ, ਖੁਸ਼ੀ ਇੰਨੀ ਹੋ ਜਾਵੇ ਕਿ ਅੰਤੇ ਨਾ ਰਹੇ ਖੁਸ਼ੀ ਦਾ, ਉਹਨੂੰ ਉਲਾਸ ਕਹਿੰਦੇ ਨੇ। ਉਹੀ ਵਿਕਾਸ ਹੈ। ਜਿਹਦੇ ਨਾਲ ਮਨ ਫੁੱਲ ਖਿੜ ਜਾਵੇ ਪੂਰਾ, ਉਹ ਉਲਾਸ ਹੈ। ਹਰਸ਼ੋ ਉਲਾਸ ਹੈ। ਹਰ ਹੱਦ ਤੱਕ ਪਹੁੰਚੇ ਹਰਸ਼ ਦੀ, ਐਂਡ ਤੱਕ। ਅੱਤ ਦੀ ਖੁਸ਼ੀ ਨੂੰ ਉਲਾਸ ਕਹਿੰਦੇ ਨੇ। ਅੱਤ ਦੀ ਖੁਸ਼ੀ, ਉਸ ਨੂੰ ਵਿਕਾਸ ਕਿਹਾ। ਨਾਨਕ ਭਗਤਾਂ ਸਦਾ ਵਿਕਾਸ। ਸਦਾ ਵਿਕਾਸ। ਸਸੀ ਅਰ ਸੂਰ ਨਾਮ ਉਲਾਸੈ। ਸਸੀ ਔਰ ਸੂਰ, ਜਦੋਂ ਚਿੱਤਰ ਮਨ ਇਕੱਠੇ ਨਾਮ ਨਾਲ ਉਲਾਸੇ ਜਾਂਦੇ ਨੇ, ਖੁਸ਼ ਹੋ ਜਾਂਦੇ ਨੇ, ਫਿਰ ਦੋ ਇੱਕ ਹੋ ਜਾਂਦੇ ਨੇ। ਸੈਲ ਲੋ ਜਿਨ ਉਧਰਿਆ। ਸੈਲ ਲੋ ਜਿਨ ਉਧਰਿਆ। ਜਿਨੀ ਉਧਰਿਆ। ਲੋ ਕੀ ਹੈ? ਲੋ ਜੋਤ ਹੈ। ਸੈਲ ਕੀ ਹੈ? ਸੈਲ ਮਨ ਹੈ। ਸੈਲ ਪੱਥਰ, ਸੈਲ ਲੋ ਹੈ। ਲੋ ਦਾ ਮਤਲਬ ਹੈ ਜੋਤ, ਸੈਲ ਦਾ ਮਤਲਬ ਹੈ ਮਾਇਆ। ਮਾਇਆ ਵਿੱਚ ਜਿਹੜਾ ਫਸਿਆ ਮਨ ਸੀ, ਉਹਦਾ ਉਧਾਰ ਹੋ ਗਿਆ। ਸੈਲ ਦਾ ਅਰਥ ਪੱਥਰ ਨਹੀਂ ਹੁੰਦਾ, ਸੈਲ ਦਾ ਅਰਥ ਮਾਇਆ ਹੁੰਦਾ। ਕਿਉਂਕਿ ਸੈਲ ਪੱਥਰ, ਪੱਥਰ ਤਾਂ ਪੱਥਰ ਹੀ ਹੈ। ਫਿਰ ਸੈਲ ਦਾ ਅਰਥ ਪੱਥਰ ਕਿਵੇਂ?
ਮਾਇਆ ਵਾਲਾ ਪੱਥਰ ਜਦ ਸੈਲ ਪੱਥਰ ਆਇਆ ਹੈ, ਇਹ ਸਹਿ ਲੋ ਹੈ। ਇਹ ਸੈਲ ਲੋ ਹੈ। ਜਿਹੜੀ ਲੋ ਜੋਤ ਤੇ ਮਾਇਆ ਦਾ ਰੰਗ ਜੜਿਆ ਸੀ, ਬਿਰੰਗ ਮਾਇਆ ਰੰਗ ਪਿਰੰਗ ਰੰਗ ਕਰਤਾ ਹੈ। ਹਾਂ, ਬਿਰੰਗ ਕਰਤਾ ਹੈ। ਮਾਇਆ ਰੰਗ ਦਾ, ਮਾਇਆ ਨੇ ਲੋ ਦਾ ਰੰਗ ਬਿਰੰਗ ਕਰਤਾ ਸੀ, ਉਹਦਾ ਵੀ ਉਧਾਰ ਹੋ ਗਿਆ। ਸੈਲ ਲੋ ਜੀ ਨਹੀਂ ਉਤਰਿਆ। ਸੈਲ ਲੋ ਮਾਇਆ ਦਾ ਪ੍ਰਭਾਵ ਸੀਗਾ ਮਨ ਦੇ ਉੱਤੇ, ਉਹਦਾ ਵੀ ਉਧਾਰ ਹੋ ਗਿਆ। ਸੋਈ ਨਾਮ ਅਛਲ ਭਗਤੈ ਭਵ ਤਾਰਨ। ਸੋਈ ਨਾਮ ਅਛਲ, ਉਹ ਨਾਮ ਹੈ ਅਛਲ। ਬਾਕੀ ਸਾਰੇ ਗਿਆਨ ਚ ਛਲ ਹੈ, ਉਹ ਗਿਆਨ ਬਿਨਾਂ ਛਲ ਤੇ ਛਲ ਕਾਤੇ ਹੈ ਦੂਏ ਚ ਕੀ ਛਲ ਹੈ? ਗਿਆਨ ਪੂਰਾ ਨਹੀਂ, ਮੰਨਦਾ ਹੈ ਨਹੀਂ ਮੈਂ ਪੂਰਾ ਨਹੀਂ। ਜਦ ਕੋਈ ਬਹਿ ਜਾਂਦਾ ਵੀ ਮੈਨੂੰ ਪੂਰਾ ਗਿਆਨ ਕਰਾ, ਫਿਰ ਛਲ ਕਰਨਾ ਹੀ ਪਊਗਾ। ਜਾਂ ਤਾਂ ਮੰਨੂਗਾ ਮੇਰੇ ਕੋਲ ਪੂਰਾ ਗਿਆਨ ਹੈ ਨਹੀਂ, ਜਾਂ ਫਿਰ ਛਲ ਕਰੂਗਾ। ਛਲ ਕੀ ਕੀਤਾ? ਉਹ ਛਲ ਕਬੀਰ ਨੇ ਦੱਸਿਆ, ਕਹਿੰਦਾ ਜੇ ਜੇ ਡਾਲੀ ਭਗਤ ਨੂੰ ਸੋਈ ਮੁੜ ਮੁੜ ਜਾਏ। ਜਿਹੜੀ ਵੀ ਮੱਤ ਮੈਂ ਫੜੀ ਹੈ, ਜਦ ਦੇਖਿਆ ਉਹ ਸਾਰੇ ਮਾਇਆ ਨਾਲ ਜੋੜ ਦਿੰਦੀ ਆ ਗਏ। ਟਾਹਣੀ ਜੜਦੀ ਹੈ, ਪਹਿਲਾਂ ਤਾਂ ਦਰਖਤ ਉੱਤੇ ਲੈ ਕੇ ਜਾਂਦਾ ਆਕਾਸ਼ ਨੂੰ। ਕੋਈ ਵੀ ਦਰਖਤ ਤੇ ਚੜ ਜਾਓ, ਪਹਿਲਾਂ ਤਾਂ ਉੱਤੇ ਨੂੰ ਲੈ ਕੇ ਜਾਂਦਾ, ਕਿਉਂ ਥੱਲੇ ਮੋਟਾ ਹੁੰਦਾ ਨਾ ਦਰਖਤ। ਜਦ ਟਾਹਣੀਆਂ ਪਤਲੀਆਂ ਆ ਜਾਂਦੀਆਂ ਨੇ, ਉੱਤੇ ਨੂੰ ਚੜੀ ਜਾਓ। ਆਖਰ ਤਾਂ ਪਤਲੀਆਂ ਟਾਹਣੀਆਂ ਤੇ ਜਾਣਾ ਪਊ, ਉੱਤੇ ਨੂੰ ਚੜ੍ਹ। ਜਦ ਪਤਲੀਆਂ ਟਾਹਣੀਆਂ ਤੇ ਬਰੀਕੀ ਦੀ ਗੱਲ ਆ ਜਾਂਦੀ ਹੈ, ਫਿਰ ਮਾਇਆ ਵੱਲ ਨੂੰ ਘੁਮਾ ਦਿੰਦੇ ਨੇ। ਜਦ ਦਰਸ਼ਨ ਦੀ ਗੱਲ ਆਉਂਦੀ ਹੈ, ਫਿਰ ਕਹਿੰਦਾ ਮੂਰਤੀ ਚੋਂ ਕਰ ਲੈ। ਜਦ ਦਰਸ਼ਨ, ਫਿਰ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੋ ਇਹੀ ਹੈ। ਇਹ ਹੈ, ਇਹਨੂੰ ਕਹਿੰਦੇ ਨੇ ਚਲਾਕੀ ਕਹਿ ਲਓ, ਜਾਂ ਦਗਾ ਕਹਿ ਲਓ, ਜਾਂ ਛਲ ਕਹਿ ਲਓ। ਇਹ ਛਲ ਹੈ। ਜਿਨ੍ਹਾਂ ਲੋਕਾਂ ਨੇ ਮੂਰਤੀ ਪੂਜਾ ਵੱਲ ਨੂੰ ਜਿਹੜੇ ਜਾ ਰਹੇ ਨੇ ਨਾ, ਗੁਰੂ ਨਾਨਕ ਦੀ ਮੂਰਤੀ, ਇਹ ਛਲੀਏ ਛਲ ਕਰ। ਅਸਲ 'ਚ ਹਿੰਦੂ ਨੇ ਕੱਟੜੇ, ਇਹ ਛਲ ਕਰ ਰਹੇ ਨੇ, ਧੋਖਾ ਕਰ ਰਹੇ ਨੇ, ਸੰਤ ਬਣ ਰਹੇ ਨੇ। ਸੰਤ ਗਿਆਨ ਹੈ ਨਹੀਂ, ਛਲ ਕਰਕੇ ਸੰਤ ਬਣਦੇ ਨੇ ਲੋਕ। ਇਹ ਅਛਲ ਹੈ, ਛਲ ਨਹੀਂ ਹੈ ਇਹਦੇ 'ਚ, ਕਪਟ ਹੈ ਨਹੀਂ ਇਹ 'ਚ, ਸਾਫ਼ ਦੱਸਦਾ। ਉਹ ਕਹਿੰਦੇ ਨੇ ਸਰੀਰ ਅਸੀਂ ਬਚਾ ਲਾਂਗੇ, ਮਰ ਨਹੀਂ ਦਿੰਦੇ। ਕਬੀਰ ਕਹਿੰਦਾ ਤਨ ਜਾਏਗਾ ਘੁੰਮਣੇ ਮਾਰ ਲਗਾਏ। ਸਰੀਰ ਅਸੀਂ ਨਹੀਂ ਬਚਾਉਣਾ, ਨਾ ਇਹ ਬਚਣਾ ਜਿਹਨੇ, ਕਿਉਂਕਿ ਜੰਮਣ ਮਰਨਾ ਦਾ ਹੁਕਮ ਹੈ ਭਾਈ। ਅੱਗੇ ਕੋਈ ਬਚਿਆ ਹੋਇਆ ਦਿਖਾਓ। ਜਿਹੜੇ ਲੋਕ ਕਹਿੰਦੇ ਨੇ ਸਰੀਰ ਬਚ ਜਾਊਗਾ, ਝੂਠ ਬੋਲਦੇ ਹੋਣਗੇ, ਛਲ ਕਰਦੇ ਹੋਣਗੇ, ਜਾਂ ਉਹਨਾਂ ਦੇ ਕੋਲ ਚਲਾ ਜਾ, ਬਚਾ ਲੈਣ, ਆਪਣੇ ਹੀ ਬਚਾ ਲੈਣ ਉਹ। ਲੇਕਿਨ ਫਿਰ ਵੀ ਲੋਕ ਮੰਨੀ ਜਾਂਦੇ ਉਹਨਾਂ ਨੂੰ, ਫਿਰ ਵੀ ਮੰਨਦੇ ਨੇ ਉਹਨਾਂ ਨੂੰ ਲੋਕ। ਕੀ ਕੀਤਾ ਜਾਵੇ? ਸੋਈ ਨਾਮ ਅਛਲ ਭਗਤੈ ਭਵ ਤਾਰਨ। ਸੋਈ ਨਾਮ ਅਛਲ ਭਗਤੈ ਭਵ ਤਾਰਨ। ਉਹ ਨਾਮ ਅਛਲ ਹੈ ਜਿਹਨੇ ਭਗਤਾਂ ਨੂੰ ਭਵ ਸਾਗਰ ਪਾਰ ਕਰਾਇਆ। ਹੋਰ ਕੋਈ ਨਾਮ ਦੱਸੋ ਜਿਹਨੇ ਕਿਸੇ ਨੂੰ ਭਵ ਸਾਗਰ ਪਾਰ ਕਰਾਇਆ ਹੋਵੇ? ਚਾਹੇ ਭਗਤਾਂ ਨੂੰ ਨਾ ਸਹੀ, ਕਿਸੇ ਹੋਰ ਨੂੰ ਕਰਾਤਾ ਹੋਵੇ, ਕਿਸੇ ਸੰਤ ਨੂੰ ਕਰਾਤਾ ਹੋਵੇ, ਕਿਸੇ ਸਾਧ ਨੂੰ ਕਰਾਤਾ ਹੋਵੇ, ਕਿਸੇ ਬੋਧੀ ਨੇ ਕਰ ਲਿਆ ਹੋਵੇ, ਕਿਸੇ ਇਸਲਾਮ ਵਾਲੇ ਨੇ ਕਰ ਲਿਆ ਹੋਵੇ ਭਵ ਸਾਗਰ ਪਾਰ। ਭਵ ਸਾਗਰ ਪਾਰ ਕਰਦੀ ਕੋਈ ਗੱਲੇ ਨਹੀਂ ਕਰ ਰਿਹਾ, ਗੱਲੇ ਕੋਈ ਨਹੀਂ ਕਰ ਰਿਹਾ। ਜ਼ਿਆਦਾ ਤੋਂ ਜ਼ਿਆਦਾ ਇਹ ਮੁਕਤੀ ਦੀ ਗੱਲ ਕਰ ਰਹੇ ਨੇ। ਇਸਲਾਮ ਵਾਲੇ ਮੁਕਤੀ ਦੀ ਵੀ ਨਹੀਂ ਗੱਲ ਕਰ ਰਹੇ, ਇਸਲਾਮ ਵਾਲੇ ਤਾਂ ਮੁਕਤੀ ਦੀ ਵੀ ਨਹੀਂ ਗੱਲ ਕਰ ਰਹੇ, ਸਿਰਫ ਇਮਾਨ ਦੀ ਗੱਲ ਕਰ ਰਹੇ ਨੇ। ਉਹ ਕਹਿੰਦਾ ਇਮਾਨਦਾਰੀ ਹੀ ਕਾਫੀ ਹੈ ਸੰਸਾਰ 'ਚ। ਗੱਲ ਉਹਨਾਂ ਦੀ ਠੀਕ ਹੈ, ਇਮਾਨਦਾਰੀ ਤੱਕ ਦਾ ਹੀ ਉਪਦੇਸ਼ ਹੈ, ਅੱਗੇ ਉਪਦੇਸ਼ ਦੀ ਲੋੜ ਵੀ ਹੈ ਨਹੀਂ, ਅੱਗੇ ਰਾਹ ਆਪ ਹੀ ਮਿਲਣਾ। ਇਮਾਨਦਾਰੀ ਤੱਕ ਦਾ ਹੀ ਉਪਦੇਸ਼ ਹੈ। ਜਿੱਦਾਂ ਜਿਹੜਾ ਇਮਾਨਦਾਰ ਹੋਊ ਅੱਗੇ ਆਪੇ ਟੋੜ ਲੈਂਦਾ। ਫਰੀਦ ਇਮਾਨਦਾਰ ਸੀ, ਆਪੇ ਟੋੜ ਲਿਆ। ਸੱਤਾ ਬਲਵਾਨ ਇਮਾਨਦਾਰ ਸੀ, ਆਪੇ ਟੋੜ ਲਿਆ। ਸਦਾ ਕਸਾਈ ਇਮਾਨਦਾਰ ਹੋਵੇ, ਆਪੇ ਟੋੜ ਲਿਆ। ਮੀਆਂ ਮੀਰ ਇਮਾਨਦਾਰ ਸੀ, ਆਪੇ ਟੋੜ ਲਿਆ। ਉਹ ਜਿਹੜਾ ਇਮਾਨਦਾਰ ਹੁੰਦਾ ਉਹ ਆਪੇ ਟੋੜ ਲੈਂਦਾ ਹੁੰਦਾ। ਕਹਾਂ ਦਾ ਰਾਹ ਫਿਰ ਉਹਨੂੰ ਆਪੇ ਇਮਾਨਦਾਰ ਹੋਣ ਨਾਲ ਬਹੁਤ ਬੜਾ ਗਿਆਨ ਹੋ ਜਾਂਦਾ। ਇਮਾਨਦਾਰੀ ਕੋਈ ਸੌਖੀ ਗੱਲ ਨਹੀਂ ਹੈ। ਮੁਹੰਮਦ ਸਾਹਿਬ ਨੂੰ ਜਿੰਨਾ ਪਤਾ ਸੀ ਉਹ ਕਹਿੰਦਾ ਵੀ ਇਮਾਨ ਹੋ ਜਾਵੇ, ਇਮਾਨਦਾਰ ਹੋ ਜਾਓ ਤੁਸੀਂ। ਅੰਗਰੇਜ਼ਾਂ ਨੇ ਵੀ ਇਹੀ ਕਿਹਾ, ਇਮਾਨਦਾਰ ਹੋ ਜਾਓ। ਉਹ ਕਹਿੰਦੇ ਤੁਸੀਂ ਲੋਕਾਂ ਨਾਲ ਇਹੋ ਜਿਹਾ ਵਿਹਾਰ ਕਰੋ ਜਿਹਾ ਤੁਸੀਂ ਚਾਹੁੰਦੇ ਤੁਹਾਡੇ ਨਾਲ ਲੋਕ ਕਰਨ। ਇਹ ਵੀ ਇਮਾਨਦਾਰੀ ਦੀ ਗੱਲ ਹੈ। ਗੱਲ ਦੋਹਾਂ ਦੀ ਇੱਕੋ ਹੀ ਆ, ਕੋਈ ਫਰਕ ਨਹੀਂ। ਲੜੀ ਕੋਈ ਕਿਵੇਂ ਜਾਣ,
ਲੜਾਈ ਤਾਂ ਇਹਨਾਂ ਦੀ ਅਸਲ 'ਚ ਹੋਰ ਗੱਲ ਦੀ ਹੈ। ਧਰਮ ਦੀ ਕੋਈ ਲੜਾਈ ਨਹੀਂ, ਧਰਮ ਕਿਸੇ ਨਾਲ ਕੋਈ ਨਹੀਂ ਲੜਾਉਂਦਾ। ਲੜਾਈ ਤਾਂ ਇਹਨਾਂ ਦੀ ਹੈ ਦੁਨੀਆ ਦੇ ਕਬਜ਼ੇ ਦੀ ਹੈ। ਇਹ ਤਾਂ ਰਾਜ ਦੀ ਲੜਾਈ ਹੈ ਲੋਕਾਂ ਦੀ। ਅਮਰਦਾਸ ਗੁਰ ਕੋ ਫੁਰਿਆ। ਅਮਰਦਾਸ ਗੁਰ ਕੋ, ਅਮਰਦਾਸ ਜਿਹੜਾ ਸਤਿਗੁਰ ਹੈ ਉਹਨੂੰ ਫੁਰਿਆ। ਇਹ ਫੁਰਦਾ ਨਾਮ, ਜਿਵੇਂ ਕਵਿਤਾ ਫੁਰਦੀ ਹੈ ਲੋਕਾਂ ਨੂੰ, ਜਿਹਨਾਂ ਇਹ ਫੁਰਨਾ ਹੀ ਹੈ। ਜਿੰਨੀ ਸਾਇੰਸ ਹੈ ਖੋਜ ਹੈ, ਇਹ ਫੁਰਨੇ 'ਚੋਂ ਆਉਂਦੀ ਹੈ ਖੋਜ ਸਾਰੀ। ਸਾਇੰਸਦਾਨ ਕਹਿੰਦੇ ਨੇ ਮੈਨੂੰ ਬੈਠੇ ਬੈਠੇ ਨੂੰ ਸੋਝੀ ਆਈ, ਮੇਰੇ ਅੰਦਰੋਂ ਕੋਈ ਆਵਾਜ਼ ਆਈ, ਕੋਈ ਕੁਛ ਕਹਿੰਦਾ, ਕੋਈ ਕਹਿੰਦਾ ਮੈਨੂੰ ਸੁਪਨਾ ਆਇਆ, ਮੈਂ ਜਾਗਦਾ ਹੀ ਸੀ। ਤੇਰਾ ਜਦੋਂ ਉਹਦੀ ਲਿਵ ਲੱਗੀ ਹੁੰਦੀ ਹੈ ਨਾ ਉੱਥੇ ਲਗਾਤਾਰ, ਉਹ ਕੁਛ ਮੰਗਦਾ ਹੁੰਦਾ ਆਪਣੇ ਠਾਕੁਰ ਤੇ ਸੋਝੀ, ਜੋ ਮੰਗਾ ਠਾਕੁਰ ਆਪਣੇ ਤੇ। ਜਦ ਉਹਦਾ ਸਮਾਂ ਆ ਜਾਂਦਾ ਉੱਥੇ, ਸੂਈ ਇਕੱਠੀ ਹੋ ਜਾਂਦੀ ਹੈ, ਉਹਦਾ ਤਪ ਪੂਰਾ ਹੋ ਜਾਂਦਾ, ਫਿਰ ਉਹਨੂੰ ਅਜੀ ਸੋਝੀ ਆ ਜਾਂਦੀ। ਸਾਰੇ ਗਿਆਨ ਇੱਕੋ ਥਾਂ ਤੇ ਆਉਂਦੇ। ਇਹ ਜੱਕ ਕਿੰਨਰਾਂ ਦਾ ਗਿਆਨ ਵੀ ਉੱਥੋਂ ਹੀ ਆਉਂਦਾ। ਗਾਉਣ ਵਜਾਉਣ ਵਾਲਿਆਂ ਕੋਲ ਵੀ ਗਿਆਨ ਹੁੰਦਾ, ਇਹ ਵੀ ਕਵਿਤਾਵਾਂ ਲਿਖਦੇ ਨੇ। ਜੁੜੇ ਤੇ ਬਿਨਾਂ, ਆਪਣੇ ਆਪ ਨਾਲ ਜੁੜੇ ਤੇ ਬਿਨਾਂ ਕੁਛ ਵੀ ਸੋਝੀ ਅੱਗੇ ਨਹੀਂ ਆ ਸਕਦੀ। ਜਿਹੜੇ ਬੰਦੇ ਖੋਜੀ ਹੁੰਦੇ ਨੇ ਉਹ ਆਪਣੇ ਆਪ ਨਾਲ ਜੁੜ ਕੇ ਰਹਿੰਦੇ ਨੇ। ਜਿਹੜਾ ਆਪਣੇ ਆਪ ਨਾਲ ਜੁੜ ਗਿਆ ਸੰਸਾਰ ਨਾਲ ਜੁੜਿਆ ਰਹਿ ਨਹੀਂ ਸਕਦਾ। ਜਿਹੜਾ ਆਪਣੇ ਆਪ ਨਾਲ ਜੁੜ ਗਿਆ ਨਾ ਅੰਦਰ, ਉਹ ਤ੍ਰਿਕੁਟੀ ਨਾਲ ਵੀ ਨਹੀਂ ਜੁੜਿਆ ਹੋਇਆ ਹੁੰਦਾ, ਸੰਸਾਰ ਨਾਲ ਜੁੜਿਆ ਰਹਿ ਨਹੀਂ ਸਕਦਾ। ਉਹ ਜੁੜਿਆ ਉਹਦਾ ਸੁਭਾਅ ਅੱਡ ਹੋ ਜਾਂਦਾ। ਇਕੱਲਾ ਹੀ ਬਹਿ ਕੇ, ਇਕੱਲਾ ਹੀ ਰਹਿ ਕੇ ਰਾਜੀ ਹੁੰਦਾ। ਤਾਂ ਹੀ ਸਾਧੂ ਜਾ ਕੇ ਇਕੱਲੇ ਬਹਿ ਜਾਂਦੇ ਨੇ ਬਾਹਰ। ਸੰਸਾਰ ਨਾਲ ਉਹਨਾਂ ਦੀ ਬਣਦੀ ਉਹਦੀ ਗੱਲ। ਜਿਹੜੀ ਗੱਲ ਉਹਨਾਂ ਨੇ ਕਹਣੀ ਸੰਸਾਰ ਨੂੰ ਚੰਗੀ ਨਹੀਂ ਲੱਗਦੀ, ਜਿਹੜੀ ਸੰਸਾਰ ਨੇ ਬੋਲਣਾ ਉਹਨੂੰ ਚੰਗੀ ਨਹੀਂ ਲੱਗਦੀ। ਕੀ ਲੈਣਾ ਉਹਨੇ? ਉਹ ਤਾਂ ਬਹਿਸ ਪੈਦਾ ਹੋਊਗੀ। ਮੇਰੀ ਗੱਲ ਕਿਸੇ ਨੂੰ ਨਹੀਂ ਚੰਗੀ ਲੱਗਦੀ, ਕਿਸੇ ਦੀ ਗੱਲ ਮੈਨੂੰ ਨਹੀਂ ਚੰਗੀ ਲੱਗਦੀ, ਫਿਰ ਉਹ ਤੋਂ ਦੂਰ ਹੀ ਰਿਹਾ ਜਾਵੇ। ਬਜਾਏ ਇਹਦੇ ਕਿ ਝਗੜਾ ਕਰੀਏ ਤਾਂ ਦੂਰ ਹੋ ਜਾਓ। ਸੋਈ ਨਾਮ ਸਿਵਰੀ ਨਵਨਾਥ ਨਿਰੰਜਨ, ਸਿਵ ਸੰਕਾਸ ਸਮੁਦਰਿਆ। ਦੇਖੋ ਸਾਰੇ ਹੀ ਨੇ ਇਹ। ਉੱਧਰ ਤਾਂ ਹੈਗੇ ਨੇ ਜਿਹੜੇ ਦੇਵਲੋਕ ਦੇ ਵਿੱਚ ਨੇ ਬੈਠੇ, ਵਿਸ਼ਨੂੰ ਦੇ ਨਾਲ ਗਾਉਣ ਵਜਾਉਣ ਵਾਲੇ ਬੈਠੇ ਨੇ, ਉਹ ਵੀ ਇਹੀ ਨਾਮ ਦੀ ਗੱਲ ਕਰ ਰਹੇ ਨੇ। ਐਦੇ ਸ਼ਿਵ ਜੀ ਦੇ ਚੇਲੇ ਨੇ ਜਿਹੜੇ, ਉਹ ਵੀ ਉਹੀ ਨਾਮ ਦੀ ਗੱਲ ਕਰ ਰਹੇ ਨੇ। ਸ਼ਿਵ ਨਵਨਾਥ ਨਿਰੰਜਨ ਜਿਹੜੇ ਨੇ ਉਹ ਵੀ ਉਸੇ ਨਾਮ ਦੀ ਗੱਲ ਕਰ ਰਹੇ ਨੇ, ਲੇਕਿਨ ਦੋਨਾਂ 'ਚ ਮਤਭੇਦ ਹੈ। ਵਿਸ਼ਨੂੰ ਦੇ ਭਗਤ ਜਿਹੜੇ ਨੇ, ਰਾਜੇ ਦੇ ਨਾਲ ਅਟੈਚ ਨੇ ਜਿਹੜੇ ਬੰਦੇ, ਜਿਹੜੇ ਰਾਜ ਦਰਬਾਰ ਨਾਲ ਅਟੈਚ ਬੰਦੇ ਨੇ, ਉਹ ਸ਼ਿਵ ਜੀ ਨੂੰ ਨਹੀਂ ਚੰਗਾ ਸਮਝਦੇ, ਸ਼ਿਵ ਜੀ ਵਾਲੇ ਰਾਜਿਆਂ ਨੂੰ ਨਹੀਂ ਚੰਗਾ ਸਮਝਦੇ। ਉਹ ਕਹਿੰਦੇ ਨੇ ਤਿਆਗੀ ਨੇ ਮਾਇਆ ਦੇ ਇਹ ਬੜੇ ਨੇ। ਉਹ ਕਹਿੰਦੇ ਨੇ ਅਸੀਂ ਲੋਕਾਂ ਦੇ ਜਿਹੜਾ ਹੈਗਾ ਦੁੱਖ ਦੂਰ ਕਰਦੇ ਹਾਂ। ਜਿਵੇਂ ਹੜ੍ਹ ਆ ਗਏ, ਹੁਣ ਸਰਕਾਰ ਮਦਦ ਕਰਦੀ ਹੈ, ਉਹਨਾਂ ਨੂੰ ਬਚਾਇਆ, ਪਾਣੀ 'ਚੋਂ ਵੀ ਬਚਾਇਆ, ਹੋਰ ਕੱਪੜਾ ਦਿੱਤਾ। ਬਾਕੀ ਹੁਣ ਗਾਹਾਂ ਦੇਖਣਾ, ਸਿਆਲ ਆਉਂਦਾ। ਉਹ ਕਹਿੰਦੇ ਅਸੀਂ ਕਰਨਾ, ਤੁਸੀਂ ਤਾਂ ਵਿਹਲੇ ਬੈਠੇ ਹੋ। ਆੜੇ ਲੋਕ ਨੇ, ਇਹਨਾਂ ਦੀ ਮਦਦ ਕਰਨੀ ਹੈ ਜਿਹੜੀ। ਇਹ ਵੀ ਪਰਮੇਸ਼ਰ ਦਾ ਮਤਲਬ ਹੈ ਕੰਮ ਬਚਾਉਣ। ਉਹ ਕਹਿੰਦੇ ਨੇ ਅਸੀਂ ਠੀਕ ਹਾਂ। ਇਹ ਨਾਮ ਇੱਕ ਹੈ ਦੋਹਾਂ ਦਾ, ਝਗੜਾ ਦੋਹਾਂ ਦਾ ਹੈ। ਉਹ ਝਗੜਾ ਕੀ ਹੈ? ਮੈਂ ਬੜੇ ਦਾ ਝਗੜਾ, ਮੈਂ ਠੀਕ ਹਾਂ, ਇਹ ਝਗੜਾ। ਨਾਮ ਇੱਕੋ ਹੀ ਹੈ। ਜੇ ਨਾਮ ਦਾ ਗਿਆਨ ਹੁੰਦਾ ਤਾਂ ਝਗੜਾ ਨਹੀਂ ਹੁੰਦਾ, ਕਹਿਣ ਦਾ ਮਤਲਬ ਹੈ। ਜੇ ਨਾਮ ਦਾ ਪਤਾ ਹੁੰਦਾ ਤਾਂ ਝਗੜਾ ਮਿਟ ਜਾਂਦਾ। ਜਿਹਨੂੰ ਨਾਮ ਦਾ ਪਤਾ ਹੈ ਉਹਦਾ ਤਿਆਰਾ ਹੈ। ਨਾ ਉਹ ਰਾਜੇ ਨਾਲ ਖੜਾ ਹੈ, ਨਾ ਉਹ ਜੋਗੀ ਨਾਲ ਖੜਾ। ਉਹ ਰਾਜਾ ਜੋਗੀ ਇਕੱਠਾ ਹੈ। ਰਾਜ ਜੋਗ ਜਨ ਮਾਣਿਓ। ਰਾਜਾ ਵੀ ਹੈ, ਜੋਗੀ ਵੀ ਹੈ। ਮਾਇਆ ਤਿਆਗੀ ਹੈ ਅੰਦਰੋਂ, ਬਾਹਰੋਂ ਨਹੀਂ ਤਿਆਗੀ। ਉਹਨਾਂ ਡਰਾਮਾ ਕੀਤਾ ਮਾਇਆ ਤਿਆਗਣ ਦਾ, ਅੰਦਰੋਂ ਤਿਆਗੀ ਨਹੀਂ ਗਈ। ਜਿਹੜੀ ਸਰੀਰ ਹੈ, ਸਰੀਰ ਕਰਕੇ ਜੰਗਲ ਚਲਿਆ ਗਿਆ। ਆਸਾ ਤ੍ਰਿਸ਼ਨਾ ਮਾਨੀ ਮਾਹੀ, ਆਸਾ ਤ੍ਰਿਸ਼ਨਾ ਮਨ ਚ ਰਹਿ ਗਿਆ। ਮੋਰੀ ਹੋ ਕੇ ਬੋਲੇ ਨਹੀਂ, ਕਹਿੰਦਾ ਮੋਰੀ ਹੋ ਗਿਆ। ਸਾਧ ਬੋਲਦਾ ਨਹੀਂ ਵੀ ਮੈਨੂੰ ਤਾਂ ਜੀ ਕੋਈ ਇੱਛਾ ਨਹੀਂ, ਮੈਂ ਬੋਲਦਾ ਜੀ। ਮੋਰੀ ਹੋ ਕੇ ਬੋਲੇ ਨਹੀਂ, ਆਸਾ ਤ੍ਰਿਸ਼ਨਾ ਮਨੀ ਮਾਹੀ। ਆਸਾ ਤ੍ਰਿਸ਼ਨਾ ਤਾਂ ਮਨ ਦੇ ਵਿੱਚ ਹੈ, ਤਿਆਗ ਕਾਹਦਾ ਫਿਰ ਤੇਰਾ? ਜਬ ਲਗ ਜਲਤੀ ਅਗਨ ਬੁਝਾਵੇਂ ਨਾਹੀ, ਤਬ ਲਗ ਨਾਨਕ ਨਾ ਕਹਾ ਕਛ ਪਾਵੇਂ ਨਾਹੀ। ਦੇਖੋ ਕਿਸੇ ਸੰਤ ਦੀ ਭਾਸ਼ਾ ਹੈ, ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬਾਣੀ ਨਾਲ ਮੇਲ ਖਾਂਦੀ ਹੈ ਗੱਲ ਸਾਰੀ।
ਜਬ ਲਗ ਜਲਤੀ ਅਗਨ, ਜਿੰਨਾ ਚਿਰ ਤੇਰੇ ਕੋਲ ਤ੍ਰਿਸ਼ਨਾ ਦੀ ਅੱਗ ਹੈ ਅੰਦਰ, ਕ੍ਰੋਧ ਦੀ ਅੱਗ ਹੈ, ਇਹਨੂੰ ਨਹੀਂ ਬੁਝਾਉਂਦਾ ਤੈਨੂੰ ਕੁਛ ਵੀ ਨਹੀਂ ਮਿਲਣਾ ਨਾਗਾ ਬਣ ਕੇ। ਤਾਂ ਕਹਿਤੀ ਗੁਰਬਾਣੀ ਦੇ ਲੈਵਲ ਦੀ ਉਹ ਕਹਿਤੀ ਉਹਨਾਂ ਨੇ। ਉਹ ਤ੍ਰਿਸ਼ਨਾ ਦਾ ਅੰਦਰ ਲਈ ਬੈਠਾ, ਜਿਨ੍ਹਾਂ ਨੂੰ ਮਾੜੇ ਕਹਿਣਾ ਗ੍ਰਸਤੀਆਂ ਨੂੰ, ਉਹਨਾਂ ਦੇ ਠੂਠਾ ਪੜ ਕੇ ਮੰਗਣ, ਫਿਰ ਕਾਸ ਨੂੰ ਜਾਂਦਾ ਪਰਮੇਸ਼ਰ ਤੋਂ ਮੰਗ ਵੀ ਇੱਥੇ ਦੇ ਆਪੇ ਦੇ ਦੂ। ਹਾਂਜੀ। शिव सनकाद समुद्रया। शिव सनकाद, सनक और सनकाद और शिव, सनकाद ਜਿਹੜੇ ਨੇ ਇਹ ਚੇਲੇ ਨੇ ਬ੍ਰਹਮਾ ਦੇ, ਇਹ ਬ੍ਰਹਮਾ ਦੇ ਬ੍ਰਹਮ ਗਿਆਨੀ ਨੇ, ਪੰਡਤ ਨੇ, ਬ੍ਰਾਹਮਣ ਨੇ, ਇਹ ਬ੍ਰਾਹਮਣ ਨੇ। ਉਹ ਜਿਹੜੇ ਵਿਸ਼ਨੂੰ ਦੇ ਨਾਲ ਨੇ ਉਹ ਪੰਡਤ ਨੇ। ਜਿਹੜੇ ਰਾਜੇ ਨਾਲ ਚਲੇ ਗਏ ਨਾ ਬ੍ਰਾਹਮਣ ਵਿਦਵਾਨ, ਉਹ ਪੰਡਤ ਨੇ। ਸਾਡੇ ਜਿਹੜੇ ਯੂਨੀਵਰਸਿਟੀਆਂ ਦੇ ਸਭ ਪੰਡਤ ਨੇ, ਜਿੰਨੇ ਵਿਦਵਾਨ ਨੇ ਸਭ ਪੰਡਤ ਨੇ। ਇਹ ਪੰਡਤ ਨੇ, ਬ੍ਰਹਮ ਗਿਆਨੀ ਨਹੀਂ ਹੋਣੇ। ਬ੍ਰਹਮ ਗਿਆਨੀ ਨੂੰ ਹੋ ਹੀ ਨਹੀਂ ਸਕਦਾ। ਸੰਸਾਰੀ ਭਾਸ਼ਾ ਤੋਂ ਗਾਹਾਂ ਦੀ ਭਾਸ਼ਾ ਜਾਣਦੇ ਹੀ ਨਹੀਂ, ਨਾ ਉਹ ਭਾਸ਼ਾ ਨੂੰ ਮੰਨਣ ਹੈ ਤੇ ਸੰਸਾਰੀ ਭਾਸ਼ਾ ਦੇ ਵਿੱਚ ਨੇ। ਔਰ ਧਰਮ ਇਹਨਾਂ ਨੇ ਤਾਂ ਪੜ੍ਹਿਆ ਉਹ ਪੈਸੇ ਕਮਾਉਣ ਵਾਸਤੇ। PhD ਕਿਉਂ ਕੀਤੀ ਹੈ? ਨੌਕਰੀ ਵਾਸਤੇ। ਉਹ ਧੰਦਾ ਹੀ ਸੀ ਇਹਨਾਂ ਦਾ ਇੱਕ, ਤਾਂ ਇਹਨਾਂ ਨੇ ਧਰਮ ਧਾਰਨ ਕੀਤਾ ਸੀ। हाँ जी। शिव सनकाद शिव समुद्रया। और सनक आद समुद्रया। ये ब्रह्मा के चेले ने। सनक, सनंदन, संत कमार ते सनातन, चार चेले ने। और उधर शिव है। शिव और सनक का आद दो पैल अड अड ने। जिवें गुरु नानक दे नाल तां गुरु नानक दे चेले तां सनकाद ने, जिहड़े ब्रह्म ज्ञान दे असल ਤਾਂ ਬ੍ਰਹਮ ਗਿਆਨ ਦੇ, ਗੁਰਬਾਣੀ ਦੇ ਉਹ ਉਪਾਸ਼ਕ ਕਹਿ ਲਓ, ਵੇਦਾਂ ਦੇ ਉਪਾਸ਼ਕ ਨੇ, ਵੇਦਾਂ ਨੂੰ ਸਮਝਣ ਵਾਲੇ ਨੇ, ਵੇਦ ਬਾਣੀ ਨਾਲ ਜੁੜੇ ਹੋਏ ਨੇ। ਸਮਝ ਲੱਗੀ ਨਾ ਲੱਗੀ ਉਹ ਅਲੱਗ ਗੱਲ, ਉਹਨਾਂ ਨੂੰ ਸਮਝ ਨਹੀਂ ਲੱਗੀ, ਲੇਕਿਨ ਸਮਝ ਰਹੇ ਸੀ। ਬ੍ਰਹਮਾ ਦਾ ਕੰਮ ਹੈ ਵੇਦ ਪੜ੍ਹਨੇ ਔਰ ਪੜ੍ਹਾਉਣੇ, ਬ੍ਰਾਹਮਣ ਦਾ ਕੰਮ ਹੈ ਵੇਦ ਪੜ੍ਹਨੇ ਔਰ ਪੜ੍ਹਾਉਣੇ। ਹੁਣ ਪੜ੍ਹੇ ਸਾਡੇ ਵੀ ਤਾਂ ਬਾਣੀ ਪੜ੍ਹਦੇ ਹੀ ਰਹੇ ਨੇ, ਪੜ੍ਹਾਉਂਦੇ ਵੀ ਰਹੇ ਨੇ, ਪਰ ਕਿਸੇ ਨੂੰ ਅਰਥ ਆਏ ਇਹ ਜਿਹੀ ਸੰਤਾਂ ਤੇ ਉਹ ਤਰ ਸਕਦੇ ਵੀ ਤਾਂ ਇਹੀ ਕਰਦੇ ਰਹੇ ਨੇ, ਰਾੜੇ ਵਾਲਾ ਵੀ ਸਾਰੇ ਇਹ ਕਰਦੇ ਰਹੇ ਨੇ, ਪਰ ਕਿਸੇ ਨੂੰ ਸਮਝ ਆਈ ਹੋਈ ਨਹੀਂ ਬਾਣੀ। ਬਾਣੀ ਕਿ ਉਹਦਾ ਪਾਠ ਵੀ ਨਹੀਂ ਸਹੀ ਕਰ ਸਕੇ, ਪਾਠ ਜਿਹੜਾ ਗਲਤ ਹੈ ਉਹ ਵੀ ਨਹੀਂ ਲੱਭ ਸਕੇ ਸਹੀ, ਪਾਠ ਅੰਤਰ ਵੀ ਨਹੀਂ ਠੀਕ ਕਰ ਸਕੇ। ਸਨਕ ਆਦ ਔਰ ਸ਼ਿਵ ਸਮਾਨ ਆਧਾਰ ਹੋਇਆ ਦੋਹਾਂ ਦਾ ਬਰਾਬਰ। समुद्रया। ਇੱਕ ਤਾਂ ਇੱਧਰਲੇ ਪਲੇਟਫਾਰਮ ਤੇ, ਇੱਕ ਇੱਧਰਲਾ ਪਲੇਟਫਾਰਮ, ਦੋ ਪਲੇਟਫਾਰਮ ਨੇ। ਇੱਕ ਪਾਸੇ ਸਾਧ ਖੜੇ ਨੇ ਇੱਕ ਪਲੇਟਫਾਰਮ ਤੇ, ਇੱਕ ਪਲੇਟਫਾਰਮ ਤੇ ਇਹ ਸੰਕਾਦ ਖੜੇ ਨੇ ਵੇਦ ਪੜ੍ਹਨੇ ਵਾਲੇ। ਜਿਹੜੇ ਸਾਧ ਨੇ ਉਹਨਾਂ 'ਚ ਫਰਕ ਕੀ ਹੈ? ਸਾਧਾਂ 'ਚ ਫਰਕ ਹੈ ਕਿ ਸਮਾਧੀ ਲਾਓ, ਗਿਆਨ ਆਪੇ ਹੋ ਜੂ, ਮਨ ਨੂੰ ਟਿਕਾ ਲਓ। ਜਿਹੜੇ ਦੂਏ ਨੇ ਉਹ ਕਹਿੰਦੇ ਨੇ ਗਿਆਨ ਤੇ ਬਿਨਾਂ ਮਨ ਟਿਕਣਾ ਹੀ ਨਹੀਂ। ਲਾ ਫਰਕ, ਉਹ ਕਹਿੰਦੇ ਨੇ ਗਿਆਨ ਦੀ ਲੋੜ ਨਹੀਂ, ਮਨ ਟਿਕਾਉਣ ਵਾਸਤੇ ਮਨ ਟਿਕਾ ਲਓ ਤੇ ਗਿਆਨ ਆਪੇ ਹੋ ਜੂ। ਦੂਏ ਕਹਿੰਦੇ ਨੇ ਗਿਆਨ ਤੇ ਬਿਨਾਂ ਮਨ ਟਿਕਣਾ ਹੀ ਨਹੀਂ। ਔਰ ਕਾਮਯਾਬ ਕੌਣ ਹੋਇਆ ਮਨ ਟਿਕਾਉਣ 'ਚ? ਜਿਹੜਾ ਕਹਿੰਦਾ ਗਿਆਨ ਬਿਨਾਂ ਮਨ ਨਹੀਂ ਟਿਕਣਾ, ਕਾਮਯਾਬ ਹੋ ਇਹਨੇ, ਦੂਆ ਹੋਇਆ ਹੀ ਨਹੀਂ। ਪਰ ਜਿਹੜੇ ਸਨਕਾਦ ਨੇ ਉਹਨਾਂ ਨੂੰ ਗਿਆਨ ਮਿਲਿਆ ਨਹੀਂ, ਮਨ ਟਿਕਿਆ ਨਹੀਂ। ਕਹਿੰਦੇ ਤਾਂ ਇਹੀ ਸੀ ਵੀ ਗਿਆਨ ਦੇ ਨਾਲ ਮਨ ਟਿਕੂ। ਅਸੀਂ ਵੀ ਕਹਿੰਦੇ ਹਾਂ ਗਿਆਨ ਕਾ ਬੱਧਾ ਮਨ ਰਹੇ, ਰੋਜ਼ ਨਹੀਂ ਕਹਿੰਦੇ, ਪਰ ਕਿਸੇ ਦਾ ਟਿਕਿਆ ਸਿੱਖਦਾ। ਪਰ ਇਹ ਸਨਕਾਦ ਦੇ ਚੇਲੇ ਨੇ। ਅਸੀਂ ਵੀ ਰੋਜ਼ ਪੜ੍ਹਦੇ ਹਾਂ ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ, ਪਰ ਕਿਸੇ ਦਾ ਟਿਕਿਆ, ਕਿਉਂਕਿ ਉਹ ਗਿਆਨ ਨਹੀਂ ਮਿਲਿਆ ਸਾਨੂੰ ਜਿਹੜਾ ਸੀ ਗੁਰਬਾਣੀ ਦਾ। ਉਹ ਤੱਤ ਅਸੀਂ ਨਹੀਂ ਲੱਭਿਆ ਜਿਹੜਾ ਹੈ, ਸਮਝ ਨਹੀਂ ਆਇਆ ਸਾਡੇ। ਸਮਝਣ ਦੇ ਬਾਵਜੂਦ ਵੀ ਸਮਝ ਨਹੀਂ ਆਇਆ। ਚਲੋ ਅਸੀਂ ਇਹ ਕਹਿ ਦਿੰਦੇ, ਕੁਝ ਲੋਕ ਤਾਂ ਸ਼ਰਾਰਤੀ ਨੇ, ਕੁਝ ਨਹੀਂ ਵੀ ਹੈ ਸ਼ਰਾਰਤੀ। ਜ਼ਿਆਦਾ ਪਬਲਿਕ ਨਹੀਂ ਸ਼ਰਾਰਤੀ ਹੈ, ਸ਼ਰਾਰਤੀ ਬੰਦੇ ਥੋੜ੍ਹੇ ਨੇ। ਆਮ ਸਿੱਖ ਚਾਹੁੰਦੇ ਸੀ ਸਮਝ ਆਵੇ, ਪਰ ਸਮਝ ਆਉਂਦਾ ਕਿੱਥੋਂ? ਆਪ ਉਹਨਾਂ ਨੂੰ ਕੋਈ ਟਾਈਮ ਨਹੀਂ ਸੀ ਵਿਚਾਰਨ ਦਾ। ਜਿਹੜੇ ਲੋਕ ਵਿਚਾਰਦੇ ਤੇ ਬੇਈਮਾਨ ਸੀ। ਇਹ ਆਹੋ ਬਸ ਰੋਟੀਆਂ ਕਾਰਨੇ ਤਾਲਪੂਰ ਵਾਲੇ ਸੀ, ਪੇਸ਼ਾਵਰ ਸੀ। ਜਦੋਂ ਦੋਏ ਤਰ੍ਹਾਂ
ਜੋਗੀ ਆ ਰਹੇ ਦੋਏ। ਜੋਗੀ ਨੂੰ ਕਿਹਾ ਨਹੀਂ ਗਿਆਨ ਤੇ ਬਿਨਾਂ ਮਨ ਮੰਨਿਆ ਜਾਣਾ, ਉਹਨੂੰ ਵੀ ਕਿਹਾ ਵੀ ਗਿਆਨ ਤੇ ਬਿਨਾਂ ਗੱਲ ਤਾਂ ਠੀਕ ਹੈ ਨਾ, ਗਿਆਨ ਦਾ ਬੰਦਾ ਮੰਨ ਰਹੇ, ਪਰ ਉਹ ਗਿਆਨ ਕਿਹੜਾ ਭਾਈ ਜਿਹਦਾ ਮਨ ਬੰਨਿਆ ਜਾਊ? ਤੇਰਾ ਤਾਂ ਆਪ ਨੂੰ ਕਹਿੰਦਾ ਇਹਦਾ ਪਤਾ ਨਹੀਂ, ਫਿਰ ਜੋਗੀ ਤੇਰੀ ਗੱਲ ਕਿਵੇਂ ਮੰਨ ਲਵੇ ਬਈ? ਤੂੰ ਆਪਣਾ ਮਨ ਟਿਕਾ ਕੇ ਦਿਖਾ ਤੇ ਜੋਗੀ ਨੂੰ ਮਨਾਉਣਾ ਲੜਨਾ। ਪਹਿਲਾਂ ਉਹ ਗਿਆਨ ਪ੍ਰਾਪਤ ਕਰਕੇ ਪ੍ਰੈਕਟੀਕਲ ਕਰਕੇ ਦਿਖਾ। ਜੋਗੀ ਨੂੰ ਵੀ ਕਿਹਾ ਵੀ ਤੂੰ ਮਨ ਟਿਕਾ ਕੇ ਗਿਆਨ ਲੈ ਕੇ ਦਿਖਾ। ਤੂੰ ਸਮਾਧੀ ਰੋਜ਼ ਲਾਉਣਾ, ਤੈਨੂੰ ਗਿਆਨ ਹੋਇਆ ਸਮਾਧੀ ਚ ਕਿ ਨਹੀਂ ਹੋਇਆ? ਫਿਰ ਤੂੰ ਵੀ ਝੂਠਾ, ਇਹ ਵੀ ਝੂਠਾ। ਨਾ ਇਹਦਾ ਮਨ ਟਿਕਿਆ ਨਾ ਤੇਰਾ ਟਿਕਿਆ, ਲੜਦੇ ਕਿਹੜੀ ਗੱਲ ਤੋਂ? ਇਹ ਹੈ ਗੁਰਮੁਖ ਦੀ ਭਾਸ਼ਾ, ਇਹ ਗੁਰਮੁਖ ਦੀ ਗੱਲ। ਟਿਕਿਆ ਤੇਰਾ ਵੀ ਮਨ, ਜਟਾਂ ਤੂੰ ਵੀ ਵਧਾਈ ਬੈਠਾ, ਹੰਕਾਰ ਤੈਨੂੰ ਫੱਟਿਆ ਪਿਆ ਹੰਕਾਰ ਨੂੰ, ਤੇ ਦੂਆ ਇਹਨੂੰ ਉਦੋਂ ਜ਼ਿਆਦਾ ਹੰਕਾਰ ਹੈ, ਤੂੰ ਇਹਨੂੰ ਕਹੀ ਜਾਂਦਾ ਵੀ ਜੀ ਤੂੰ ਧੂਰਾ ਖਾਈ ਜਾਂਦੇ ਨੇ, ਕਰੀ ਜਾਂਦੇ ਨੇ, ਉਹ ਕਰੀ ਜਾਂਦੇ ਨੇ। ਇੱਕ ਵਿਦਿਆ ਤੇ ਜ਼ੋਰ ਲੱਗਿਆ ਹੋਇਆ, ਮਨ ਕਿਸੇ ਦਾ ਵੀ ਨਹੀਂ ਟਿਕਿਆ। ਫਿਰ ਦੋਹਾਂ ਨੂੰ ਲੈ ਕੇ ਬੈਠਿਆ ਗੁਰਮੁਖ, ਦੋਹਾਂ ਚੋਂ ਜਿਹੜੇ ਸਮਝ ਗਏ। ਗੁਰੂ ਨਾਨਕ ਨੇ ਭਗਤਾਂ ਨੇ ਜੋਗੀਆਂ ਨੂੰ ਵੀ ਉਪਦੇਸ਼ ਕੀਤਾ, ਦੂਜਿਆਂ ਨੂੰ ਵੀ ਉਪਦੇਸ਼ ਕੀਤਾ। ਆਹ ਜਿਹੜੇ ਆਏ ਨੇ ਗੁਰੂ ਅਮਰਦਾਸ, ਇਹ ਤਾਂ ਆਏ ਨੇ ਇਹਨਾਂ ਜੋ ਸਰਕ ਸਮੁੰਦਰ ਵਾਲਿਆਂ ਚੋਂ ਆਏ ਨੇ, ਇਹ ਸਰਕ ਸਮੁੰਦਰ ਵਾਲਿਆਂ ਚੋਂ ਆਏ ਨੇ। ਜੋਗੀਆਂ ਚੋਂ ਨਹੀਂ ਇੱਕ ਵੀ ਆਇਆ। ਜੋਗੀਆਂ ਨੇ ਤਾਂ ਸਾਡਾ ਖਰਾਬ ਕੀਤਾ ਕੰਮ, ਆਇਆ ਨਹੀਂ ਕੋਈ। ਸ੍ਰੀ ਚੰਦ ਜੋਗੀਆਂ ਨੇ ਆਪਣਾ ਚੇਲਾ ਬਣਾ ਲਿਆ, ਇੱਕ ਵੀ ਆਦਮੀ ਇੱਧਰ ਨਹੀਂ ਆਉਣ ਦਿੱਤਾ। ਜੋਗੀਆਂ ਦਾ ਇੱਕ ਵੀ ਆਦਮੀ ਨਹੀਂ ਆਇਆ ਸਾਡੇ 'ਚ। ਦੱਸੋ ਕਿਹੜਾ ਹੈ? ਜੋਗੀਆਂ ਨੇ ਸਾਡਾ ਘਰ ਪਾੜਿਆ ਪੱਟਿਆ ਜ਼ਰੂਰ। ਅੰਮ੍ਰਿਤਸਰ ਵੀ ਇੱਕ ਪਾਸੇ ਧੂਣਾ ਲਾਈ ਬੈਠੇ ਨੇ, ਵੀ ਅੰਮ੍ਰਿਤਸਰ ਦੇ ਵਿੱਚ ਕਰਾਮਾਤ ਹੈ। ਬਸ ਜੋਗੀਆਂ ਕੋ ਕਰਾਮਾਤ ਹੈ, ਕਰਾਮਾਤ ਦਾ ਪ੍ਰਚਾਰ ਹੈ ਵੀ ਇੱਥੇ ਕਾਲੇ ਕੌਂ ਆਏ ਸੀ, ਚਿੱਟੇ ਹੋ ਕੇ ਹੰਸ ਬਣ ਕੇ ਉੱਡ ਗਏ, ਫੇਰੀ ਖੜੀ ਆ ਦੁੱਖ ਭੱਜਣੀਆਂ, ਆਹ ਕੁਛ ਹੈ ਉੱਥੇ। ਤਾਂ ਇੱਕ ਆਇਆ ਜੀ ਇਹਨਾਂ ਨੂੰ ਅੱਖ ਮਿਲ ਗਈ, ਝੂਠ ਦਾ ਪ੍ਰਚਾਰ ਹੈ ਉੱਥੇ, ਕੂੜ ਦਾ ਪ੍ਰਚਾਰ ਹੁੰਦਾ, ਉਹੀ ਹੋ ਰਿਹਾ। ਇਹ ਦੇਣ ਕਿਹਦੀ ਹੈ? ਜੋਗੀਆਂ ਦੀ ਦੇਣ, ਸ੍ਰੀ ਚੰਦ ਦੀ ਦੇਣ। ਉਹਨਾਂ ਦਾ ਜਬਰਾ ਬੂਟਾ ਉੱਥੇ ਬੈਠੇ ਨੇ, ਉਹ ਕੀ ਕਰਨ ਨੂੰ ਬੈਠੇ ਨੇ ਬਈ ਉੱਥੇ? ਉਹਨਾਂ ਦਾ ਕੀ ਮਤਲਬ? ਉਹਨਾਂ ਦੀ ਮੱਤ ਕਿਤੇ ਉਹਨਾਂ ਦਾ ਕਬਜ਼ਾ ਹੋ ਗਿਆ ਸੀ। ਜਿਹੜਾ ਪੰਜਵੇਂ ਪਾਤਸ਼ਾਹ ਦਾ ਬੜਾ ਭਾਈ ਸੀ ਪਿਰਥੀਆ, ਉਹਦੇ ਹਿੱਸੇ ਜਾ ਗਿਆ। ਉਹਨਾਂ ਨੇ ਵਿਗਾੜਿਆ ਸੀ ਸ੍ਰੀ ਚੰਦ ਨੇ। ਉਹ ਉਸੇ ਧੜੇ ਨਾਲ ਇੱਕੋ ਹੀ ਧੜਾ ਹੈ, ਬੀੜਿਆਂ ਦਾ, ਮੁਸੱਦਾ ਦਾ, ਰਾਮ ਰਈਆਂ ਦਾ, ਧੀਰ ਮੱਲੀਆਂ ਦਾ, ਇੱਕੋ ਹੀ ਧੜਾ ਹੈ। ਉਹ ਪ੍ਰਚਾਰ ਸੀ, ਇਹਨੂੰ ਲਿਖੋ ਲਾਉਣਾ, ਅਸਲ ਪ੍ਰਚਾਰ ਨੂੰ ਲਿਖੋ ਲਾਉਣਾ, ਅਦਮ ਚਨਾਲੀ ਕਰਨੀ। ਆ ਜਿਹੜੀ ਅੱਜ ਸਾਡੇ ਕੋਲ ਮੱਤ ਹੈ, ਉਹਨਾਂ ਦੀ ਦੇਣ। ਦੂਜਿਆਂ ਨੇ ਹਮਲਾ ਕੀਤਾ ਗਿਆ, ਦੂਜਿਆਂ ਨੂੰ ਖਤਮ ਕੀਤਾ ਗਿਆ, ਦੂਜਿਆਂ ਦੇ ਸਿਰਾਂ ਦੇ ਮੁੱਲ ਪਾਏ ਗਏ, ਗੁਰ ਪ੍ਰਚਾਰ ਤੇ ਬੈਨ ਲਾਇਆ ਗਿਆ। 50 ਸਾਲ 'ਚ ਬੈਨ ਲੱਗ ਗਿਆ, ਤੇ ਹੁਣ ਕੌਣ ਪੁੱਛਦਾ? ਸਾਰੀ ਹਿਸਟਰੀ ਸਾਡੇ ਕੋਲ ਹੈ। ਉਹ ਕਹਿੰਦੇ ਨੇ ਉਹ ਗੱਲ ਨੂੰ ਹਿਸਟਰੀ ਛੱਡ ਦਿਓ, ਹੁਣ ਉਹ ਗੱਲ ਨਾ ਕਰੋ। ਪ੍ਰਚਾਰ ਜੋ ਕੁਛ ਹੈ ਠੀਕ ਹੈ, ਸਾਨੂੰ ਰਾਜ ਕਰਨ ਦਿਓ। ਅਸੀਂ ਕਿਹਾ ਸਾਨੂੰ ਗੁਰਮਤਿ ਚਾਹੀਦੀ ਹੈ, ਸਾਨੂੰ ਤੁਹਾਡਾ ਰਾਜ ਨਹੀਂ ਚਾਹੀਦਾ। ਤੁਹਾਡਾ ਰਾਜ ਅਸੀਂ ਤੁਹਾਨੂੰ ਹਟਾਉਣਾ, ਤੁਸੀਂ ਆਪਣਾ ਰਾਜ ਕਰਦੇ ਰਹੋ, ਤੁਸੀਂ ਆਪਣਾ ਰਾਜ ਕਰ ਲਓ। ਅਸੀਂ ਅਵਿਨਾਸ਼ੀ ਰਾਜ ਵਾਲਿਆਂ ਦੀ ਗੱਲ ਕਰਦੇ ਹਾਂ। ਅਸੀਂ ਅਵਿਨਾਸ਼ੀ ਰਾਜ ਸਾਨੂੰ ਚਾਹੀਦਾ, ਤੁਹਾਨੂੰ ਝੂਠਾ ਰਾਜ ਚਾਹੀਦਾ, ਸਾਨੂੰ ਸੱਚਾ ਚਾਹੀਦਾ। ਜਿਹਨਾਂ ਨੂੰ ਸੱਚਾ ਰਾਜ ਚਾਹੀਦਾ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ, ਤੁਹਾਡੇ ਨਾਲ ਨਹੀਂ ਕਰਦੇ। ਤੁਸੀਂ ਝੂਠਾ ਰਾਜ ਕਰਨਾ ਕਰੀ ਜਾਓ ਆਪਣਾ, ਜਿਵੇਂ ਧੋਤੇ ਹੁੰਦੇ ਤੁਸੀਂ ਕਰੀ ਜਾਓ। ਸਾਡਾ ਨਾ ਕਿਸੇ ਨਾਲ ਦੋਸਤੀ ਹੈ, ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ। ਸਾਨੂੰ ਸਾਰੇ ਹਿੰਦੂ ਵੀ ਕੋਈ ਨਾ, ਮੁਸਲਮਾਨ ਵੀ ਕੋਈ ਨਾ, ਸਿੱਖ ਵੀ ਕੋਈ ਨਾ, ਈਸਾਈ ਵੀ ਕੋਈ ਨਾ। ਸਾਨੂੰ ਜਿਹਨੇ ਅਵਿਨਾਸ਼ੀ ਰਾਜ ਲੈਣਾ ਆ ਜਾਓ ਬਈ, ਜਿਹਨੇ ਸੰਸਾਰੀ ਲੈਣਾ ਜਾਓ ਬਈ, ਜਿਹਨੇ ਸੰਸਾਰੀ ਪਦਾਰਥ ਰਾਜ ਲੈਣਾ ਜਾਓ, ਲੈ ਲਓ। ਬਥੇਰਾ ਖੁੱਲ੍ਹਾ ਮੈਦਾਨ ਪਿਆ, ਮੰਦਰ ਵੀ ਨੇ, ਮਸਜਿਦ ਵੀ ਨੇ, ਗੁਰਦੁਆਰੇ ਵੀ ਨੇ, ਲਓ ਜਾ ਕੇ ਜੋ ਮਿਲਦਾ ਤੁਹਾਨੂੰ। ਜਿਹਨੇ ਅਵਿਨਾਸ਼ੀ ਰਾਜ ਲੈਣਾ ਉਹਨੂੰ ਘਰ ਦੇ ਵੀ ਛੱਡਣੇ ਪੈਣੇ ਨੇ। ਉਹ ਤਾਂ ਫਿਰ ਤੁਮ ਸੰਗ ਜੋੜ ਅਵਰ ਸੰਗ ਤੋੜ। ਜੇ ਤੁਮ ਸੰਗ ਜੋੜ ਅਵਰ ਸੰਗ ਤੋੜ ਨਹੀਂ ਮਨਜ਼ੂਰ ਹੈ, ਉਹ ਸਾਡੇ ਕੋਲ ਆ ਜਾਓ, ਨਹੀਂ ਜਾਓ ਭਾਜੀ। ਬਥੇਰੀ ਦੁਨੀਆ ਖੁੱਲੀ ਪਈ ਹੈ, ਐਸ਼ ਕਰੋ। ਹਾਂਜੀ। 84 ਸਿੱਧ ਬੁੱਧ ਜਿਤ ਰਾਤੇ
ਅੰਬਰੀਕ ਭਵਜਲ ਤਰਿਆ 84 ਸਿੱਧ ਬੁੱਧ ਉਹ ਵੀ ਇਹਦੇ ਰੰਗ ਚੜਿਆ ਸੀ। ਸੁਣ ਲਿਆ ਸੀ ਨਿਰਾਕਾਰ ਹੈ, ਪ੍ਰਾਪਤੀ ਹੋਊਗੀ ਆ ਹੋਊਗੀ, ਤਾਂ ਘਰ ਛੱਡੀ ਫਿਰਦੇ ਤੇ ਰੰਗ ਇੰਨਾ ਜਿਹੜੇ ਅੱਧਾ ਹੀ ਰੰਗ ਚੜਿਆ ਹੋਇਆ ਸੀ ਰਾਤੇ। ਅੰਬਰੀਕ ਭਵਜਲ ਜੇ ਤਰਿਆ ਰੰਗ ਚੜਿਆ ਹੋਇਆ ਹੈ ਪਰਮੇਸ਼ਰ ਦਾ ਕੁਝ ਥੋੜਾ ਬਹੁਤਾ ਭਗਤੀ ਦਾ, ਤਾਂ ਹੀ ਘਰ ਛੱਡਿਆ। ਐਵੇਂ ਕਿਵੇਂ ਛੱਡ ਦੂ ਕੋਈ ਘਰ? ਪਰ ਚੱਲੇ ਤੇ ਯਾਰ ਮਿਲਣ ਕੋ ਵਿੱਚੇ ਅਟਕਿਓ ਚੀਤ। ਚੱਲੇ ਦਾ ਸੀ ਮਿਲਣ ਨੂੰ, ਜਦ ਦੇਖਿਆ ਵੇ ਅਮਰ ਸੰਗ ਤੋੜਨੀ ਪਊ। ਸ਼ਰਤਾਂ ਅੱਗੇ ਦੀਆਂ ਦੇਖੀਆਂ, ਪਹਿਲਾਂ ਮਰਨ ਕਬੂਲ, ਫਿਰ ਸਲਾਹ ਬਦਲ ਗਈ। ਨਾ ਘਰ ਨੂੰ ਆਉਣ ਜੋਗੇ ਰਹੇ, ਨਾ ਗਾਂ ਜਾਣ ਜੋਗੇ ਰਹੇ। ਗਾਂ ਦਾ ਜਾਣ ਜੋਗੇ ਰਹਿੰਦੇ, ਉਹ ਸ਼ਰਤਾਂ ਪੂਰੀਆਂ ਕਰਨੀਆਂ ਔਖੀਆਂ ਸੀ। ਗਾਂ ਦੀ ਅਵਨਾਸ਼ੀ ਰਾਜ ਦੀਆਂ ਸ਼ਰਤਾਂ ਦੀਆਂ ਕੈੜੀਆਂ ਆ ਗਈਆਂ ਗਾਂ ਜਾ ਕੇ, ਕਹਿੰਦੇ ਮੁਸ਼ਕਲ ਹੈ। ਹੁਣ ਘਰ ਨੂੰ ਮੁੜ ਜੋਗੇ ਨਹੀਂ ਰਹੇ। ਜਿਹਦੀ ਆਦਤ ਕਰਦੇ ਤੋਂ ਬਾਹਰ ਹੋ ਗਏ ਨਾ। ਸੰਸਾਰ ਨੂੰ ਤਾਂ ਬੋਲ ਬਹੁਤ ਬੈਠੇ ਸੰਸਾਰ ਦੇ ਖਿਲਾਫ, ਪਿੱਛੇ ਕਿਵੇਂ ਮੁੜ? ਹੰਕਾਰ ਪਿੱਛੇ ਨੂੰ ਵੀ ਨਹੀਂ ਮੁੜਨ ਦਿੰਦਾ, ਔਰ ਮਜਬੂਰੀ ਅੱਗੇ ਵੀ ਨਹੀਂ ਜਾਣ ਦਿੰਦੀ, ਕਮਜ਼ੋਰੀ ਅੱਗੇ ਨਹੀਂ ਜਾਣ ਦਿੰਦੀ, ਹੰਕਾਰ ਪਿੱਛੇ ਨੂੰ ਨਹੀਂ ਮੁੜਨ ਦਿੰਦਾ। ਸਿੱਖ ਬਣ ਗਏ ਹੰਕਾਰ। ਹੁਣ ਹਿੰਦੂ ਨਹੀਂ ਕਹਾ ਸਕਦੇ, ਹੰਕਾਰ ਹੋ ਗਿਆ, ਹਿੰਦੂ ਬਣ ਨਹੀਂ ਸਕਦੇ। ਸਿੱਖੀ ਵਾਲੀ ਗਿਆਨ ਖੜ ਅੱਗੇ ਸਿਰ ਦੇਣਾ ਔਖਾ ਹੋ ਗਿਆ। ਅੱਗੇ ਸਿਰ ਦੇਣਾ ਔਖਾ ਹੋ ਗਿਆ ਤੇ ਪਿੱਛੇ ਹਿੰਦੂ ਹੰਕਾਰ ਨਹੀਂ ਬਣਨ ਦਿੰਦਾ। ਵਿਚਾਲੇ ਫਸ ਗਏ ਅੱਜ ਦੇ ਸਿੱਖ। ਨਾ ਹਿੰਦੂ ਕਹਿ ਸਕਦੇ ਨੇ, ਆਪਣੇ ਨੂੰ ਮੰਨ ਸਕਦੇ ਨੇ। ਜੇ ਕੋਈ ਹਿੰਦੂ ਕਹਿ ਦੇਵੇ ਤਾਂ ਅੱਗ ਬਮੂਕਾ ਹੋ ਜਾਂਦੇ ਨੇ। ਸਿੱਖੀ ਨੂੰ ਮੰਨਣ ਨੂੰ ਤਿਆਰ ਨਹੀਂ, ਨਾ ਹਿੰਦੂ ਮੰਨਣ ਨੂੰ ਤਿਆਰ ਨੇ ਆਪਣੇ ਆਪ ਨੂੰ, ਨਾ ਸਿੱਖੀ ਦੀ ਗੱਲ ਜਿਹਦੇ ਉਹ ਗੱਲ ਮੰਨਣ ਨੂੰ ਤਿਆਰ ਨੇ ਜਿਹਦੇ ਨਾਲ ਸਿੱਖ ਵਾਕਈ ਬਣ ਜਾਣ। ਨਾ ਗੁਰਬਾਣੀ ਇਹਨਾਂ ਨੂੰ ਪਾਉਂਦੀ ਹੈ, ਨਾ ਗੁਰਬਾਣੀ ਦੀ ਗੱਲ ਤੇ ਥੱਲੇ ਸਿਰ ਦੇ ਸਕਦੇ ਨੇ, ਤੇ ਨਾ ਹਿੰਦੂ ਕਹਾ ਸਕਦੇ ਨੇ। ਇੱਥੇ ਫਸ ਗਏ ਆ ਕੇ। ਚੱਲੇ ਤੇ ਯਾਰ ਮਿਲਣ ਕੋ ਵਿੱਚੇ ਅਟਕਿਓ ਚੀਤ। ਇਹ ਜਨਮ ਚ ਨਹੀਂ ਅਗਲੇ ਚ, ਅਗਲੇ ਚ ਨਹੀਂ ਅਗਲੇ ਚ। ਖਬਰ ਹੈ ਹਿੰਦੂਆਂ ਦੇ ਜਨਮ ਮਿਲ ਜਾਏ ਅੰਦਰ ਰਾਜ ਲੈ ਵੀ ਗਾਹਾਂ ਨੂੰ ਬਾਬਾ ਸਿੱਖਾਂ ਦੇ ਹਿੰਦੂਆਂ ਦੇ ਜਨਮ ਦੇ ਦੀ। ਇਹ ਪੰਗਾ ਲਈਏ ਹੀ ਨਾ। ਹਾਂਜੀ। ਅੰਬਰੀਕ ਭਵਜਲ ਤਰਿਆ। ਅੰਬਰੀਕ ਭਵਜਲ ਤਰਿਆ, ਇਹਨਾਂ ਚੋਂ ਇੱਕ ਭਗਤ ਹੋ ਗਿਆ। ਕੌਣ ਸੀ ਇਹਨਾਂ ਚੋਂ? ਅੰਬਰੀਕ ਭਵਜਲ ਸਿੱਧ 84 ਸਿੱਧ ਬੁੱਧ ਜਿਤ ਰਾਤੇ। ਅੰਬਰੀਕ ਭਵਜਲ ਤਰਿਆ। ਇਹਨਾਂ ਚੋਂ ਸਿੱਧਾਂ ਦਾ ਚੇਲਾ ਕੋਈ ਅੰਬਰੀਕ ਆਇਆ ਹੈ, ਕਿਉਂਕਿ ਉਹਨਾਂ ਚੋਂ ਆਇਆ ਨਾ। ਉਹ ਆਪ ਸਿੱਧ ਨਹੀਂ ਸੀ, ਉਹਨਾਂ ਦੇ ਕੋਲ ਬਹਿੰਦਾ ਉੱਠਦਾ ਉਹਨਾਂ ਲਿੰਕ ਹੋਊ। ਅੰਬਰੀਕ ਜਿਹੜਾ ਆਇਆ ਹੈ ਇਹ ਸ਼ਿਵ ਜੀ ਦੇ ਭਗਤਾਂ ਚੋਂ ਆਇਆ। ਹੋ ਸਕਦਾ ਉਹਨੇ ਬਾਣਾ ਨਾ ਪਾਇਆ। ਅੰਬਰੀਕ ਭਵਜਲ ਤਰਿਆ ਆ ਗਿਆ ਨਾ, ਉੱਤੇ ਸਿੱਧਾ ਆਏ ਨੇ ਨਾ, ਉਹਨਾਂ ਚੋਂ ਆਇਆ। ਹਾਂ, ਸਿੱਧ ਬੁੱਧ ਬੁੱਧੀਵਾਨ, ਜਿਹੜੇ ਬੁੱਧਵਾਨ ਨੇ ਸਿੱਧਾਂ ਚੋਂ ਬੁੱਧਵਾਨ ਜਿਹੜੇ ਹੋ ਗਏ। ਜਿਹੜੇ ਸਿੱਧ ਇੱਕ ਦੋ ਕਿਸਮ ਦੇ ਸਿੱਧ ਹੋਏ ਨੇ ਅੱਗੇ ਜਾ ਕੇ। ਇੱਕ ਤਾਂ ਸਿੱਧੀ ਦਾ ਅਰਥ ਲੈਂਦੇ ਨੇ ਰਿੱਧ ਸਿੱਧ, ਇੱਕ ਰਿੱਧ ਸਿੱਧ ਬੁੱਧ ਆ ਗਿਆ। ਇੱਕ ਤਾਂ ਰਿੱਧ ਸਿੱਧ ਬੁੱਧ ਹੈ, ਇੱਕ ਰਿੱਧ ਸਿੱਧ ਹੈ। ਜਿਹੜੇ ਰਿੱਧ ਸਿੱਧ ਤੇ ਅੜਦੇ ਮਾਇਆ ਤੇ ਅੜਦੇ, ਜਿਹੜੇ ਰਿੱਧ ਸਿੱਧ ਬੁੱਧ ਤੇ ਚਲੇ ਗਏ ਉਹ ਚਲੇ ਗਏ ਵੀ ਮਾਇਆ ਨਹੀਂ ਲੈਣੀ, ਮਾਇਆ ਦਾ ਗਿਆਨ ਲੈਣਾ। ਜੇ ਮਾਇਆ ਅਸੀਂ ਲੈ ਵੀ ਲਈਏ ਤਾਂ ਇਹਦੇ ਚ ਪ੍ਰਾਪਤੀ ਕੀ ਹੈ ਸਾਨੂੰ? ਜੇ ਰਾਜਾ ਵੀ ਬਣ ਗਿਆ ਫਿਰ ਕੀ ਹੋਊਗਾ? ਫਿਰ ਬਹੁਤ ਰਾਜ ਤਾਂ ਫਿਰ ਛੱਡ ਜਾਣਾ। ਜੇ ਖਜ਼ਾਨੇ ਸਾਰੀ ਦੁਨੀਆ ਦਾ ਧਨ ਇਕੱਠਾ ਵੀ ਕਰ ਲਿਆ ਫਿਰ ਕੀ ਹੋਊ? ਫਿਰ ਮੌਤ ਹੈ ਤਾਂ ਇੱਥੇ ਰਹਿ ਜਾਣਾ, ਨਾਲ ਤਾਂ ਕੁਝ ਬਣਾ ਗਿਆ। ਇਹ ਹੈ ਰਿੱਧ ਸਿੱਧ, ਮਾਇਆ ਦੀ ਸੋਝੀ। ਚੱਲ ਪੈਨੇ ਮਾਇਆ ਦੀ ਦੌੜ ਚਲੂ। ਜੇ ਦੌੜ ਦੇ ਸਿਰੇ ਵੀ ਪਹੁੰਚ ਗਏ, 3 ਲੋਕ ਦਾ ਰਾਜ ਵੀ ਹੋ ਗਿਆ, ਫਿਰ ਵੀ ਕੀ ਹੋਊਗਾ? ਸਗਲੇ ਸਿਸ਼ਟ ਕੋ ਰਾਜਾ ਦੁਖੀਆ। ਦੁੱਖ ਤਾਂ ਫਿਰ ਵੀ ਹੈ। ਦੁੱਖ ਚੱਲਿਆ ਸੁਖ ਵਾਸਤੇ।
ਦੁੱਖ ਫਿਰ ਕਾਹਨੂੰ, ਇਹ ਤਾਂ ਦੁੱਖ ਦਾ ਰਾਹ ਹੋ ਗਿਆ, ਕਦੇ ਨਹੀਂ ਠੀਕ ਹੈ। ਮਾਇਆ ਦੀ ਦੌੜ ਨਹੀਂ ਚਾਹੀਦੀ, ਮਾਇਆ ਦੀ ਦੌੜ ਤਾਂ ਦੁੱਖ ਹੈ ਕਿ ਅੱਜ ਅਸੀਂ ਵੀ ਮਹਿਸੂਸ ਕਰ ਲਿਆ ਨਾ, ਸੰਸਾਰ ਨੇ ਮਾਇਆ ਦੀ ਦੌੜ ਦੁੱਖ ਹੈ, ਡਿਪਰੈਸ਼ਨ, ਉਹੀ ਗੁਰਬਾਣੀ 'ਚ ਗਿਆ ਹੋਇਆ। ਇਹ ਪ੍ਰੈਕਟੀਕਲ 'ਚ ਮੰਨੇ ਨੇ, ਇੱਥੇ ਪ੍ਰੈਕਟੀਕਲ 'ਚ ਮੰਨਿਆ, ਥਿਊਰੀ ਨਹੀਂ ਮੰਨੇ, ਪ੍ਰੈਕਟੀਕਲ 'ਚ ਮੰਨ ਗਏ। ਅੱਗੇ ਫਿਰ ਕੀ ਕਿਹਾ, ਰਿੱਧ ਸਿੱਧ ਤੋਂ ਅੱਗੇ ਬੁੱਧ, ਕਹਿੰਦੇ ਨਹੀਂ ਬੁੱਧ ਚਾਹੀਦੀ ਹੈ, ਅਕਲ ਚਾਹੀਦੀ ਹੈ। ਮਾਇਆ ਦੇ ਵਿੱਚ ਰਹਿ ਕੇ ਮਾਇਆ ਦੇ ਵਿੱਚ ਫਸਣਾ ਨਹੀਂ, ਮਾਇਆ ਤਿਆਗਣੀ ਨਹੀਂ, ਪਰ ਮਾਇਆ ਦੀ ਦੌੜ 'ਚ ਵੀ ਨਹੀਂ ਪੈਣਾ, ਮਾਇਆ ਦੀ ਦੌੜ 'ਚ ਨਹੀਂ ਪੈਣਾ, ਮਾਇਆ ਤੋਂ ਭੱਜਣਾ ਨਹੀਂ। ਇਹ ਹੈ ਰਿੱਧ ਸਿੱਧ ਦੇ ਨਾਲ ਬੁੱਧ। ਗੁਰਮੁਖ ਮਾਇਆ ਵਿੱਚ ਉਦਾਸੀ, ਗੁਰਮੁਖ ਮਾਇਆ ਵਿੱਚ ਉਦਾਸੀ। ਰਿੱਧ ਸਿੱਧ ਔਰ ਬੁੱਧ ਹੈ ਜਿਹੜੀ, ਇਹ ਗੁਰਮੁਖਾਂ ਦੀ ਪੜ੍ਹਾਈ ਹੈ। ਸਿੱਧ ਦਾ ਮਤਲਬ ਹੁੰਦਾ ਸੋਝੀ, ਰਿੱਧ ਦਾ ਮਤਲਬ ਮਾਇਆ। ਰਿੱਧ ਸਿੱਧ ਦਾ ਮਤਲਬ ਮਾਇਆ ਦਾ ਤੁਹਾਨੂੰ ਗਿਆਨ ਹੋਵੇ ਤਾਂ ਕਿ ਮਾਇਆ ਨਾਗੜੀ ਜਗ ਤਰੇ ਹੋ ਲਪਟਾਏ, ਜੋ ਇਸकी सेवा करे किसी को फिर खाए। क्या रिद्ध सिद्ध है, ये रिद्ध सिद्ध है। और रिद्ध सिद्ध मैनू थाल उतर गए, ये पखंड है। कितों नहीं किसी थाल उतरते होंगे, ये रिद्ध सिद्ध है साडी। ਇਹਦੇ ਨਾਲ ਕੀ ਮਿਲੇ, ਰਿੱਧ ਸਿੱਧ ਨਾਲ ਜਿਹਦਾ ਬੁੱਧ ਮਿਲੇ, ਇਹਦੇ ਨਾਲ ਬੁੱਧ ਮਿਲਣੀ ਹੈ। ਬੁੱਧ ਵਾਸਤੇ ਸੋਝੀ ਲੈਣੀ ਹੈ, ਗਿਆਨ ਵਾਸਤੇ ਬਹੁਤ, ਮਾਇਆ ਦੇ ਵਿੱਚੋਂ ਵੀ ਗਿਆਨ ਲੈਣਾ। ਕਿੱਥੇ ਤੱਕ ਅਸੀਂ ਮਾਇਆ ਨਾਲ ਮੇਲ ਰੱਖਣਾ, ਉਹ ਤੋਂ ਬਾਅਦ ਮੇਲ ਨਹੀਂ ਰੱਖਣਾ। ਸਾਨੂੰ ਮਾਇਆ ਦੀ ਲੋੜ ਹੈ, ਸਾਨੂੰ ਮਾਇਆ ਦੀ ਭੁੱਖ ਨਹੀਂ ਹੋਣੀ ਚਾਹੀਦੀ। ਲੋੜ ਔਰ ਭੁੱਖ ਦੇ ਵਿਚਾਲੇ ਇੱਕ ਜਿਹੜੀ ਲਕੀਰ ਹੈ ਖਿਚੜੀ ਹੈ। ਲੋੜ ਔਰ ਭੁੱਖ ਦੇ ਵਿਚਾਲੇ ਜੇ ਲਕੀਰ ਨਹੀਂ ਖਿੱਚ ਸਕਦੇ ਤਾਂ ਅਕਲ ਦੀ ਕਮੀ ਹੈ। ਫਿਰ ਤੁਹਾਨੂੰ ਸਿੱਧੀ ਨਹੀਂ ਪ੍ਰਾਪਤ ਹੋਈ। ਫਿਰ ਤੁਹਾਨੂੰ ਰਿੱਧ ਸਿੱਧ ਕੀ ਹੈ, ਮਾਇਆ ਭੁੱਖਾ ਲੋੜ ਦੇ ਵਿਚਾਲੇ ਇੱਕ ਰੇਖਾ ਹੈ ਬਹੁਤ ਬਰੀਕ, ਖੰਨਿਓ ਤਿੱਖੀ ਬਾਲੋਂ ਨਿੱਕੀ, ਇੱਕ ਲਕੀਰ ਖਿੱਚਣੀ ਹੈ ਦੋਹਾਂ ਦੇ ਵਿਚਾਲੇ, ਭੁੱਖ ਔਰ ਲੋੜ ਦੇ ਵਿਚਾਲੇ। ਲੋੜ ਤੋਂ ਅੱਗੇ ਨਹੀਂ ਵਧਣਾ, ਭੁੱਖ ਵਾਲੇ ਪਾਸੇ ਨਹੀਂ ਜਾਣਾ। ਜੇ ਲੋੜ ਤੋਂ ਅੱਗੇ ਵੱਧ ਗਏ ਫਿਰ ਮਾਰੇ ਗਏ, ਫਿਰ ਦੁਸ਼ਮਣ ਦੇ ਏਰੀਏ ਚਲੇ ਗਏ। ਇਹ ਹੈ ਰਿੱਧ ਸਿੱਧ। ਬੁੱਧ ਦੱਸੂ ਵੀ ਹੁਣ ਅੱਗੇ ਜਾ ਰਹੇ ਹਾਂ ਅਸੀਂ। ਹਾਂਜੀ, ਬੁੱਧ ਜਿਤ ਰਾਤੇ ਅੰਬਰੀਕ ਭਵਜਲ ਤਰਿਆ। ਉਹ ਜਿਹੜੇ ਅਮਰੀਕ ਹੋਇਆ ਹੈਗਾ, ਜਿਹੜਾ ਜਿਹਨੇ ਉਹ ਰੇਖਾ ਖਿੱਚ ਲਈ, ਜਿਹਨੇ ਉਹ ਰੇਖਾ ਖਿੱਚ ਲਈ ਨਾ ਵੀ ਇੱਦੋਂ ਗਾਹਾਂ ਮਾਇਆ ਦੇ ਵਿੱਚ ਨਹੀਂ ਜਾਣਾ, ਅਮਰੀਕ ਸੀ ਉਹ ਭਵਜਲ ਤਰ ਗਿਆ। ਰਿੱਧ ਸਿੱਧ ਬੁੱਧ ਨਾਲ ਅਮਰੀਕ ਤਰਿਆ। ਕੀ ਹੈ ਸ਼ਲੋਕ, 84 ਸਿੱਧ ਬੁੱਧ ਜਿਤ ਰਾਤੇ ਆਦੇ ਅੰਬਰੀਕ ਭਵਜਲ ਤਰਿਆ। 84 ਸਿੱਧ ਬੁੱਧ ਜਿਤ ਰਾਤੇ, ਜਿਹੜੀ ਬੁੱਧੀ ਨਾਲ ਉਹ ਰੰਗ ਚੜਿਆ। ਜਿਨ੍ਹਾਂ ਨੂੰ 84 ਸਿੱਧਾਂ ਜੋ ਅਕਲ ਆਈ ਹੈ ਨਾ, ਬੁੱਧ ਦਾ ਵਿਵੇਕ ਬੁੱਧੀ ਦਾ ਰੰਗ ਚੜਿਆ, ਉਹਨਾਂ ਚੋਂ ਇੱਕ ਅਮਰੀਕ ਤਰਿਆ। ਅੰਬਰੀਕ ਭਵਜਲ ਤਰਿਆ, ਭਵਜਲ ਅਮਰੀਕ ਇਹਨਾਂ ਜੋ ਆਇਆ ਹੋਇਆ। 84 ਸਿੱਧ ਨਹੀਂ ਤਰੇ ਨਾ ਉਹਨਾਂ ਦੇ ਵਿੱਚ, ਇਹਨਾਂ ਦੇ ਵਿੱਚੋਂ ਇੱਕ ਆਇਆ ਬੰਦਾ ਬੁੱਧ ਰਾਤੇ ਇਹਨਾਂ ਦਾ। ਹਾਂ, ਉਹਨੇ ਅਕਲ ਲਈ ਹੈ, ਫਿਰ ਅਕਲ ਲੈਵਲ ਲੱਗਿਆ ਉਹ। ਬਈ ਜੰਗਲ ਜਾਣ ਦੀ ਲੋੜ ਨਹੀਂ ਹੈ, ਕਾਹਰੇ ਬਨ ਪੂਜਣ ਜਾਈ, ਸਰਵ ਵਿਆਪੀ ਸਦਾ ਲੇਪਾ, ਤੋਏ ਸੁਖ ਸਮਾਇਓ ਦੇ ਤੇਰੇ ਨਾਲ ਹੀ ਹੈ, ਤੂੰ ਕਿਤੇ ਜਾਣਾ ਖੋਜਣ। ਐ ਤਰਿਆ ਅਮਰੀਕ। ਉਦੋ ਅਕਰੂਰ ਤਲੋਚਨ ਨਾਮਾ, ਕਲ ਕਬੀਰ ਕਿਲ ਵਿਖ ਹਰਿਆ। ਉਦੋਂ ਕੌਣ ਸੀ? ਇਹ ਮਨ ਉਦੋਂ ਹੀ ਹੈ, ਪੁੱਠਾ ਨਾ ਇਹਦਾ, ਇਹ ਪੁੱਠਾ ਪਹਿਲਾਂ, ਕਮਲ ਇਹਦਾ ਉਲਟਾ। ਉਦੋਂ ਅਕਰੂਰ ਤਲੋਚਨ ਜਿਹਦਾ ਨਾਮਾ, ਮਨ ਪੁੱਠਾ ਪਾਸੇ ਨੂੰ ਚੱਲਦਾ ਸੀ ਨਾ, ਅਕਰੂਰ ਦਾ। ਅਕਰੂਰ ਉਦੋਂ ਇੱਕੋ ਹੀ ਆ, ਦੋ ਨਹੀਂ ਹਨ। ਉਦੋਂ ਅਕਰੂਰ ਇਹ ਹੁੰਦਾ, ਅਕਰੂਰ ਉਦੋਂ ਹੁੰਦਾ। ਕਰੂਰ ਜਿਹੜਾ ਹੋਵੇ ਪਹਿਲਾਂ, ਜਦੋਂ ਮਨ ਪੁੱਠਾ ਨਾ, ਨਾਮ ਨਹੀਂ ਲੈਂਦਾ, ਮਾਇਆ ਵੱਲ ਨੂੰ ਦਾ ਕੀਤਾ ਹੋਇਆ ਮੂੰਹ ਘੜੇ ਦਾ, ਅੱਗ ਵੱਲ ਨੂੰ ਮੂੰਹ ਕੀਤਾ ਹੈ। ਜਦੋਂ ਅੱਗ ਪੈਂਦੀ ਹੈ ਮਾਇਆ ਅਗਨ, ਅੰਮ੍ਰਿਤ ਵੱਲ ਨੂੰ ਕੀਤਾ ਨਹੀਂ, ਵੇਖਿਆ ਵੱਲ ਨੂੰ ਮੂੰਹ, ਵੇਖਿਆ ਪਾਈ ਜਾਓ, ਅੰਮ੍ਰਿਤ ਪੈਣ ਨਹੀਂ ਦਿੰਦਾ।
ਉਹ ਕਰੂਰ ਹੈ। ਫਿਰ ਉਹ ਕਰੂਰਤਾ ਕਹਿੰਦੇ ਨਾ, ਕਰੂਰਤਾ ਜ਼ਾਲਮ ਨੂੰ ਕਹਿੰਦੇ ਨੇ। ਕਰੂਰ ਕਹਿੰਦੇ ਜ਼ਾਲਮ, ਜਿਹੜਾ ਜ਼ੁਲਮ ਕਰੇ, ਦੂਜੇ ਦਾ ਹੱਕ ਖਾਵੇ, ਸਮਝੇ, ਹੁਕਮ ਨੂੰ ਨਾ ਮੰਨੇ, ਆਪਣਾ ਹੁਕਮ ਚਲਾਵੇ। ਜਿਹੜਾ ਰਾਜ ਕਰਨ ਦੀ ਇੱਛਾ ਰੱਖਦਾ ਉਹ ਕਰੂਰ ਹੈ। ਕਰੂਰ ਹੈ ਉਹ। ਰਾਜ ਕਰਨ ਦੀ, ਸੰਸਾਰੀ ਰਾਜ ਕਰਨ ਦੀ ਇੱਛਾ ਵਾਲਾ ਆਦਮੀ ਅਕਰੂਰ ਹੋ ਹੀ ਨਹੀਂ ਸਕਦਾ, ਕਰੂਰ ਹੋਊਗਾ। ਠੀਕ ਹੈ ਜੀ। ਜੇ ਰਾਜ ਔਰ ਸੇਵਾ ਹੁੰਦੀ, ਜੇ ਰਾਜ ਬਲਕਿ ਸੇਵਾ ਕਰਦੇ, ਜਿਵੇਂ ਕਹਿੰਦਾ ਸੀ ਇਹ ਵੀ ਰਾਜ ਦੀ ਸੇਵਾ ਦਾ ਨਾਰਾ ਲਾਇਆ ਸੀ, ਤਾਂ ਜੁੱਤੀ ਸਿੱਟਣ ਵਾਲੇ ਤੇ ਗੁੱਸਾ ਨਹੀਂ ਸੀ ਕਰਨਾ, ਫਿਰ ਨਹੀਂ ਸੀ ਕਰਨਾ। ਫਿਰ ਆਪਣੇ ਅੰਦਰ ਝਾਕਦਾ ਵੀ ਇਹਨੇ ਛੁੱਟੀ ਕਿਉਂ ਹੋਈ। ਕਰੂਰਤਾ ਸੀ, ਕਰੂਰਤਾ ਗੁੱਸਾ ਆ ਗਿਆ। ਕਰੂਰ ਵਾਲੇ ਨੂੰ ਗੁੱਸਾ ਹੋਣਾ ਹੀ ਹੈ। ਇਹ ਕਰੂਰ ਹੈ, ਕਰੂਰਤਾ ਹੈ। ਜਿੰਨੇ ਮਰਜੀ ਕੇ ਜ਼ੋਰ ਬਣਾ ਦੋ, ਕਰੂਰਤਾ ਹੈ। ਤੂੰ ਮੇਰੇ ਤੇ ਜੁੱਤੀ ਕੇ ਮਸਰਤੀ, ਮੈਂ ਐਡਾ ਬੜਾ ਆਦਮੀ, ਇਹ ਕਰੂਰਤਾ। ਅੰਦਰ ਕਰੂਰਤਾ ਹੈ, ਬਾਹਰੋਂ ਕੁਝ ਹੋਰ ਜ਼ਾਹਰ ਕਰਦਾ। ਪਹਿਲਾਂ ਅੰਦਰ ਦੀਆਂ ਪੱਕੀਆਂ ਤੇ ਬਾਹਰ ਆਏ ਜਾਣੀਆਂ ਨੇ। ਹੁਣ ਕਿਵੇਂ ਅਕਰੂਰ, ਜਦੋਂ ਅਕਰੂਰ ਹੋ ਜਾਂਦਾ ਉਦੋਂ ਦੇਖਦਾ ਵੀ ਇਹ ਜਿਹੜੀ ਅਸ਼ਾਂਤੀ ਹੈ ਮੇਰੇ 'ਚ ਕੀ ਕਸੂਰ ਹੈ, ਅਸ਼ਾਂਤੀ ਹੈ ਕਿਉਂ ਬਾਹਰ। ਤੁਸੀਂ ਆਪਣੇ ਅੰਦਰ ਝਾਕ ਕੇ ਦੇਖੋ, ਆਪਣੇ ਗਰਬਾਨ ਵਿੱਚ ਕਿਉਂ ਨਹੀਂ ਝਾਕਦੇ। ਸਰਦੀਵਾ ਕਰਕੇ ਆਪਣਾ ਕਾਹਦੇ ਨਹੀਂ ਦੇਖਦੇ, ਕਿਉਂ ਕਰੂਰ ਆ ਅਸੀਂ, ਤਾਂ ਠੀਕ ਆ। ਅੱਤਵਾਦੀ ਕਰੂਰ ਨਾ, ਅਸੀਂ ਠੀਕ ਹਾਂ। ਜੋ ਅਸੀਂ ਕਹਿੰਦੇ ਜਿਹੜਾ ਨਹੀਂ ਮੰਨਦਾ ਗੋਲੀ ਮਾਰ ਦਿਓ, ਇਹ ਕਰੂਰਤਾ ਹੈ। ਉਹੀ ਰਾਜ ਚਾਹੁੰਦੇ ਨੇ। ਕੱਲ ਨੂੰ ਕੀ ਹੋਊਗਾ ਜੇ ਉਹਨਾਂ ਦਾ ਰਾਜ ਹੋ ਗਿਆ। ਅੱਜ ਜਿਹਨੂੰ ਫੜ ਲੈਂਦੇ ਗਰਦਨ ਕੱਢ ਦਿੰਦੇ ਨੇ, ਕਤਲ ਕਰ ਦਿੰਦੇ ਨੇ। ਇਹ ਕਰੂਰਤਾ ਹੈ। ਧਾਰਮਿਕ ਆਦਮੀ ਨੇ, ਧਰਮ, ਇਹ ਧਰਮ ਹੈ। ਉਦੋਂ ਅਕਰੂਰ ਤਲੋਚਨ ਨਾਮਾ, ਉਦੋਂ ਹੈ ਕਰੂਰ ਹੈ ਜਿਹੜਾ, ਉਹ ਸਿੱਖ ਨਹੀਂ ਹੈ, ਸਿੱਖੀ ਤੇ ਉਲਟਾ ਚੱਲਦਾ ਹੈ। ਤਲੋਚਨ ਨਾਮਾ ਕਲ ਕਬੀਰ ਉਦੋਂ ਜੇ ਅਕਰੂਰ ਹੋ ਜਵੇ, ਜੇ ਉਦੋਂ ਅਕਰੂਰ ਪਰਾਂ ਛੱਡ ਦੇਵੇ, ਫਿਰ ਤਲੋਚਨ ਨਾਮਾ ਹੋ ਜਾਂਦਾ। ਫਿਰ ਤੀਜੀ ਅੱਖ ਖੁੱਲਦੀ ਹੈ। ਤਲੋਚਨ ਹੁੰਦਾ ਦੋ ਤਾਂ ਆਏ ਨੇ, ਤੀਜੀ ਹੋਰ ਅੰਦਰ ਖੁੱਲ ਜਾਂਦੀ ਹੈ ਅੱਖ। ਫਿਰ ਉਹ ਤੀਜੀ ਅੱਖ ਨਾਲ ਦੇਖਦਾ ਵੀ ਇਹਦੇ ਅੰਦਰ ਕੀ ਤਕਲੀਫ ਹੈ, ਇਹਨੇ ਜੁੱਤੀ ਸਿੱਟੀ ਕਿਉਂ ਹੈ। ਇਹਨੇ ਰਿਸਕ ਲੈ ਲਿਆ ਐਡਾ ਵੱਡਾ, ਇਹਨੂੰ ਗੋਲੀ ਵੀ ਮਾਰ ਸਕਦਾ ਸੀ ਕੋਈ। ਆਖਰ ਇਹਨੂੰ ਤਕਲੀਫ ਕੀ ਹੈ, ਐਡਾ ਰਿਸਕ ਇਹਨੇ ਲਿਆ ਕਿਉਂ ਹੈ, ਕੀ ਦੁੱਖ ਹੈ। ਉਹਨੇ ਆਪਣੀ ਕੋਈ ਪੀੜਾ ਜ਼ਾਹਰ ਕੀਤੀ ਹੋ, ਉਹਦੇ ਦੁੱਖ ਦਾ ਇਹਨਾਂ ਨੂੰ ਕੋਈ ਦੁੱਖ ਨਹੀਂ, ਉਹਦੀ ਤਕਲੀਫ ਦੀ ਕੋਈ ਇਹਨਾਂ ਨੂੰ ਫਰਕ ਨਹੀਂ ਪੈਂਦਾ। ਮੇਰੇ ਵੱਲ ਨੂੰ ਜੁੱਤੀ ਕੌਣ ਹੁੰਦਾ ਸਿੱਟਣ ਵਾਲਾ, ਇਹ ਗੱਲ ਦਾ। ਇਹ ਤਾਂ ਕਰੂਰਤਾ, ਕਰੂਰਤਾ। ਪਰਮੇਸ਼ਰ ਪਾਰਟੀ ਪਾਵਰ ਆ, ਉਹ ਦੁਨੀਆ ਨੂੰ ਬਤੇਰਾ ਕੋ ਕਹੀ ਜਾਂਦਾ, ਪਰਵਾਹ ਕਰਦਾ ਨਹੀਂ, ਕਿਸੇ ਸੁਣਦਾ ਹੀ ਨਹੀਂ। ਜੋ ਮਰਜ਼ੀ ਕਹੀ ਜਾਵੇ ਉਹਨੂੰ ਕੁਝ ਨਹੀਂ ਕਹਿੰਦਾ, ਉਹ ਸੁਣਦਾ ਹੀ ਨਹੀਂ ਇਹਨਾਂ ਦੀ ਗੱਲ, ਉਹ ਸੁਣਦਾ ਹੀ ਨਹੀਂ ਇਹਨਾਂ ਦੀ ਗੱਲ। ਇੱਕੋ ਗੱਲ ਸੁਣਦਾ ਉਹ, ਬਾਕੀ ਸੁਣਦਾ ਹੀ ਕਿਸੇ ਦੀ ਨਹੀਂ। ਕੀ ਸੁਣਦਾ ਉਹ? ਜਾਂ ਸੁਣਦਾ ਬਬੀਆ ਅੰਮ੍ਰਿਤ ਵੇਲੇ ਤਾਂ ਦਰ ਸੁਣੀ ਪੁਕਾਰ। ਆਹ ਗੱਲ ਤੇ ਬਿਨਾਂ ਸੁਣਦਾ ਹੀ ਕੁਛ ਨਹੀਂ ਕਿਸੇ ਨੂੰ। ਜਿਹੜਾ ਉਹਦੇ ਅੰਮ੍ਰਿਤ ਮੰਗਦਾ ਔਰ ਵੇਲੇ ਸਰ ਮੰਗਦਾ। ਵੇਲਾ ਕੀ ਹੁੰਦਾ? ਕਹਿੰਦੇ ਮੰਗੋ ਬਾਅਦ ਪਹਿਲਾਂ ਮੰਗਣ ਦੇ ਅਧਿਕਾਰੀ ਬਣੋ। ਫਸਟ ਡਿਜ਼ਰਵ ਐਂਡ ਦੈਨ ਡਿਜ਼ਾਇਰ। ਤੁਸੀਂ ਇੱਛਾ ਬਾਅਦ ਕਰੋ, ਤੁਸੀਂ ਇੱਛਾ ਦੇ ਹੱਕਦਾਰ ਵੀ ਤਾਂ ਬਣੋ। ਜਦੋਂ ਹੱਕਦਾਰ ਹੁੰਦਾ ਨਾਮ ਦਾ, ਫਿਰ ਮੰਗਦਾ ਹੈ, ਫਿਰ ਉਹ ਸੁਣ ਲੈਂਦਾ ਵੀ ਹੁਣ ਬਈ ਹੱਕਦਾਰ ਹੈ, ਹੁਣ ਇਹਨੂੰ ਨਾਮ ਮਿਲਣਾ ਚਾਹੀਦਾ। ਆਹ ਗੱਲ ਤੇ ਬਿਨਾਂ ਕਿਸੇ ਦੀ ਸੁਣਦਾ ਹੀ ਨਹੀਂ, ਜੋ ਮਰਜ਼ੀ ਬੋਲੀ ਜਾਓ। ਇਹੋ ਜਿਹਾ ਹੀ ਰਾਜਾ ਚਾਹੀਦਾ, ਉਹਦਾ ਰਾਜ ਤਾਂ ਹਮੇਸ਼ਾ ਚੱਲਦਾ। ਉਹ ਇਹੋ ਜਿਹਾ, ਜੇ ਤੁਸੀਂ ਦੂਏ ਦੀ ਗੱਲ ਸੁਣਨਾ ਦੇਖਣ ਲੱਗ ਗਏ, ਉਹ ਕੀ ਉਹਦਾ ਕੀ ਹੁੰਦਾ ਹੈ? ਨੇਤਰੋ ਮੇਰਿਓ ਹਰ ਤੋਂ ਮੈਂ ਜੋ ਤਰੀ, ਹਰ ਬਿਨਾ ਵਰਨਾ ਦੇਖੋ ਕੋਈ। ਇਹਨਾਂ ਨੂੰ ਹਰ ਤੋਂ ਬਿਨਾਂ ਹੋਰ ਕੋਈ ਬੋਲਦੀ ਨਾ,
ਇਹਨੂੰ ਆਪਣਾ ਮੁੰਡਾ ਦੀਦਾ, ਦੂਏ ਨਾਲ ਦੇ ਪਾਰਟੀ ਵਾਲੇ ਸੀਨੀਅਰ ਉਹ ਦੀਦਾ ਹੀ ਨਹੀਂ, ਆਪਣਾ ਘਰ ਦੀਦਾ, ਦੂਏ ਦੀਦਾ ਹੀ ਨਹੀਂ। ਸਿੱਖੀ ਦੀ ਗੱਲ ਹੈ ਕੋਈ। ਇਸ ਕਰਕੇ ਗੁਰਬਾਣੀ ਨੂੰ ਨਹੀਂ ਇਹ ਉੱਠਣ ਦਿੰਦੇ ਅੱਗੇ। ਉਹਨੇ ਕਿਹਾ ਜੇ ਅਰਥ ਆਵੇ ਸਾਨੂੰ ਤਾਂ ਰਾਜਾ ਨਹੀਂ ਕਰਨ ਦੇਣਾ ਇਹਨੇ, ਇਹ ਨਹੀਂ ਰਾਜ ਕਰਨ ਦਿੰਦੀ ਕਿਸੇ ਨੂੰ। ਰਾਜੇ ਨੂੰ ਸਿੱਧਾ ਹੋਣਾ ਪੈਂਦਾ, ਇੰਨਾ ਸਿੱਧਾ ਕਿਸੇ ਨੂੰ ਹੋਣਾ ਕੋਈ ਨਹੀਂ। ਜੇ ਇੰਨਾ ਸਿੱਧਾ ਹੋ ਕੇ ਰਾਜ ਕਰਨਾ ਇਹਨਾਂ ਨੇ ਪੰਗੇ ਕਾਹਨੂੰ ਲੈਣੇ ਨੇ ਰਾਜ ਦੇ। ਉਹ ਕਹਿੰਦੇ ਫਿਰ ਅਸੀਂ ਚੁੱਪ ਕਰਕੇ ਘਰੇ ਨਹੀਂ ਬੈਠੇ ਰਹਾਂਗੇ। ਫਿਰ ਹੈ ਸੇਵਾ, ਗੱਲਾਂ ਨਾਲ ਨਹੀਂ ਸੇਵਾ ਹੁੰਦੀ। ਸੇਵਾ ਦਾ ਜਿਹਦੀ ਕਰਦਾ ਲੋਕ ਕਹਿਣ ਸੇਵਾ, ਤੂੰ ਆਪੇ ਕਹੀ ਜਾਣਾ ਸੇਵਾ ਕਰਦੇ ਅਸੀਂ ਕਹੀ ਜਾਓ। ਤੇਰੇ ਕਹਿੰਦੇ ਕੀ ਬਣਦਾ ਸੇਵਾ? ਜਿਹਦੀ ਸੇਵਾ ਕਰਦਾ ਉਹ ਕਹੇ, ਜਿਹਦੀ ਸੇਵਾ ਕਰਦਾ ਉਹਦਾ ਪੁਲਿਸ ਵਾਲਿਆਂ ਦੀ ਸੇਵਾ। ਫਿਰ ਪੁਲਿਸ ਕਹਿੰਦੀ ਸੇਵਾ ਕਰਦਾ, ਜਿਹਦੀ ਕੀਤੀ ਉਹਨੂੰ ਪੁੱਛੋ ਨਾ ਬਾਹਰ ਆਏ ਨੂੰ ਵੀ ਤੇਰਾ ਕੀ ਹਾਲ। ਉਹ ਤਾਂ ਤੁਰ ਨਹੀਂ ਹੁੰਦਾ, ਉਹਨਾਂ ਨੇ ਸੇਵਾ ਕੀਤੀ ਹੈ, ਇਹ ਤਾਂ ਉਹ ਸੇਵਾ ਕਰਦੇ ਨੇ। ਉਦੋਂ ਕਰੂਰ ਤਲੋਚਨ ਨਾਮਾ ਕਲ ਕਬੀਰ ਕਿਲ ਵਿਖਾਰਿਆ। ਕਲ ਕਬੀਰ ਕਿਲ ਵਿਖਾਰਿਆ। ਕੱਲ ਜਿੱਥੇ ਕਲਪਨਾ ਸੀ ਕਬੀਰ ਦੇ ਅੰਦਰ ਵੀ, ਕਬੀਰ ਦਾ ਮਨ ਵੀ ਨਹੀਂ ਸੀ ਜਿੱਤ ਹੁੰਦਾ। ਕਬੀਰ ਕਹਿੰਦਾ ਹੈ ਮੁੰਡਿਆ ਕਿਉਂ ਨਾ ਮੋਇਓ, ਮੇਰਾ ਮਨ ਵਰਦਾ ਕਿਉਂ ਨਹੀਂ, ਮੈਂ ਇੰਨੀ ਮਾਲਾ ਫੇਰੀ ਹੈ, ਨਹੀਂ ਵਰਦਾ ਮਨ ਮਾਲਾ ਨਾਲ। ਕਬੀਰ ਗਵਾਹ ਬੈਠਾ ਸਾਡੇ ਕੋਲ, 80 ਸਾਲ ਦੀ ਉਮਰ ਤੱਕ ਨਹੀਂ ਉਹਦਾ ਮਨ ਜਿੱਤਿਆ ਗਿਆ ਮਾਲਾ ਨਾਲ। ਫਿਰ ਫੇਰੀ ਜਾਂਦੇ ਨੇ। ਉਹਨੇ ਮਾਲਾ ਭਗਾ ਕੇ ਮਾਰੀ ਹੈ। ਉਹ ਕਹਿੰਦਾ ਭੁੱਖੇ ਭਗਤਣ ਕੀਜੈ ਮਾਲਾ ਆਪਣੀ ਲੀਜੈ, ਫੜ ਆਪਣੀ ਮਾਲਾ, ਮੈਨੂੰ ਨਹੀਂ ਲੋੜ ਹੈਗੀ। ਮੈਨੂੰ ਉਹ ਚੀਜ਼ ਦੀ ਲੋੜ ਨਹੀਂ ਹੈ ਰਿੱਧੀਆਂ ਸਿੱਧੀਆਂ ਦੀ ਜਿਹੜੀ ਤੁਸੀਂ ਮਾਇਆ ਕਹਿੰਦੇ ਹੋ। ਹਾਂ ਮੰਗੂ ਸੰਤਰ ਰਹਿਣਾ, ਮੈਂ ਤਾਂ ਸੰਤਰ ਰਹਿਣਾ ਮੰਗਦਾ। ਮੈਨੂੰ ਤਾਂ ਗਿਆਨ ਦੀ ਭੁੱਖ ਹੈ, ਗਿਆਨ ਦੀ ਧੂੜ ਦੀ ਭੁੱਖ ਹੈ। ਕੋਈ ਤੇ ਗਿਆਨ ਦੀ ਅੰਧੇਰੀ ਆਵੇ, ਗਿਆਨ ਦੀ ਹਨੇਰੀ ਆਵੇ, ਉਹ ਗਿਆਨ ਮੈਨੂੰ ਮਿਲੇ, ਮੈਨੂੰ ਉਹ ਚਾਹੀਦਾ। ਤੇ ਹੋਰ ਤੱਕ ਤੋਂ ਮਿਲਿਆ ਨਹੀਂ। ਕਬੀਰ ਨੂੰ ਪਰਮੇਸ਼ਰ ਨੇ ਮਨਜ਼ੂਰ ਹੋ ਗਈ ਕਬੀਰ ਦੀ ਅਰਦਾਸ, ਕਬੀਰ ਨੇ ਖੁਦੇ ਹਨੇਰੀ ਲਿਆਤੀ ਗਿਆਨ ਦੀ। ਉਹ ਕਹਿੰਦੇ ਹੋਰ ਤਾਂ ਆਉਂਦੀ ਨਹੀਂ, ਤੂੰ ਹੀ ਲਿਆ ਦੇ, ਤੇਰੀ ਤਾਂ ਸੱਚਖੰਡ ਤੋਂ ਹੀ ਆਈ ਆ ਅਸਲ 'ਚ। ਉਹ ਕਹਿੰਦੇ ਲੈ ਹਨੇਰੀ ਆਏ ਆਉਂਦੀ ਤੇ ਲਿਆ ਦੇ। ਫਿਰ ਕਹਿੰਦਾ ਦੇਖੋ ਭਾਈ ਗਿਆਨ ਕੀ ਆਈ ਜਾਂਦੀ, ਦੇਖ ਲਓ ਗਿਆਨ ਕੀ ਆਂਦੀ ਹੋਏ। ਜਿਹੜਾ ਮੈਂ ਕਹਿੰਦਾ ਹਾਂ ਵਾਂਗੂ ਸੰਤ ਰਹਿਣਾ ਆ ਗਈ। ਸੰਤ ਰਹਿਣਾ ਤਾਂ ਸੱਚਖੰਡ ਤੋਂ ਆਉਂਦੀ ਹੈ ਨਾ। ਸੰਤ ਰਹਿਣਾ ਦਾ ਨਾਮ ਹੈ, ਤੁਰਕੀ ਬਾਣੀ ਉਹ ਸੰਤ ਰਹਿਣਾ ਆ ਗਈ ਉਹਦੇ ਕੋਲ। ਕਲ ਕਬੀਰ ਕਿਲ ਵਿਖਾਰਿਆ। ਕਲ ਕਬੀਰ ਕਿਲ ਵਿਖਾਰਿਆ। ਜਿੱਥੇ ਕਲਪਨਾ ਸੀ ਕਬੀਰ ਦੇ ਮਨ ਦੇ ਵਿੱਚ, ਇੱਛਾ ਪੈਦਾ ਹੁੰਦੀ ਸੀ ਮਾਇਆ ਦੀ, ਉੱਥੇ ਕਿਲ ਬਿਲਕੁਲ ਹਰਿਆ। ਮਨ ਸ਼ਾਂਤ ਹੋ ਗਿਆ। ਕਲਪਨਾ ਦਾ ਹੀ ਨਾਸ਼ ਕਰਤਾ। ਕਲ ਕਬੀਰ ਕਿਲ ਵਿਖ ਹਰਿਆ। ਸੋਈ ਨਾਮ ਅਛਲ ਭਗਤੈ ਭਵ ਤਾਰਨ, ਅਮਰਦਾਸ ਗੁਰ ਕੋ ਫੁਰਿਆ। ਜਿਹੜੇ ਗਿਆਨ ਨੇ ਕਬੀਰ ਦਾ ਮਨ ਦੇ ਵਿੱਚੋਂ ਕਲਪਨਾ ਦਾ ਨਾਸ਼ ਕੀਤਾ ਸੀ, ਮਨ ਟਿਕਾਇਆ ਸੀ, ਉਹੀ ਨਾਮ ਫੁਰਿਆ। ਅਮਰਦਾਸ ਗੁਰ ਕੋ ਫੁਰਿਆ ਕਬੀਰ ਵਾਲਾ। ਤੇ ਇਹ ਕਹਿੰਦੇ ਨੇ ਕਬੀਰ ਨਾਨਕ ਦਾ ਚੇਲਾ ਸੀ, ਸ਼ਰਮ ਨਹੀਂ ਆਉਂਦੀ ਕਹਿੰਦੇ ਹਨ। ਓਏ ਆ ਕੀ ਗੁਰਬਾਣੀ 'ਚ ਕੀ ਲਿਖਿਆ? ਉਹਨਾਂ ਨੇ ਨਹੀਂ ਝੂਠ ਬੋਲਿਆ। ਤੁਹਾਡੇ ਝੂਠ ਨਾਲ ਕੀ ਫਰਕ ਪਊ? ਕਿਉਂ ਕਬੀਰ ਇੱਕ ਜ਼ਿਲ੍ਹਾ ਹੈ, ਛੋਟੀ ਜਾਤ ਦਾ। ਇਹ ਬਾਬਰ ਨੇ ਕੱਟੜ ਨਾ, ਪੰਡਤ ਨੇ ਇਹ ਕੱਟੜ। ਬਾਬਰ ਦਾ ਕਬੀਰ ਹੈ, ਬ੍ਰਾਹਮਣ ਦਾ ਕਬੀਰ ਹੈ। ਇਹ ਪੰਡਤ ਨੇ ਕੱਟੜ, ਇਹ ਉਹਦੇ ਨਾਲ ਲੱਗਦੇ ਇਸੇ ਕਰਕੇ ਨੇ। ਇਹਨੇ ਬ੍ਰਾਹਮਣ ਦੀ ਡੈਫੀਨੇਸ਼ਨ ਦੇ ਦਿੱਤੀ, ਇਹਨੇ ਪੰਡਤ ਦੀ ਨਿੰਦਿਆ ਕਰਤੀ। ਪੰਡਤ ਪਾੜੀ ਬਾਟ ਕਹਿਤਾ, ਬ੍ਰਾਹਮਣ ਕਹਿੰਦਾ ਉਹ ਆ ਜਿਹੜਾ ਬ੍ਰਹਮ ਵਿਚਾਰਦਾ। ਹੁਣ ਬ੍ਰਾਹਮਣ ਦੇ ਖਿਲਾਫ ਹੋਣਾ ਹੀ ਸੀ ਉਹਦੇ। ਇਹਨੇ ਤਾਂ ਪਾੜ ਕੇ ਰੱਖਦੇ ਦੋਏ। ਨਕਸ਼ਾ ਦਿਖਾਤਾ ਉਹਨਾਂ ਦਾ, ਖੋਟੇ ਬ੍ਰਾਹਮਣ ਔਰ ਖਰੇ ਬ੍ਰਾਹਮਣ ਦਾ ਨਕਸ਼ਾ ਦਿਖਾਤਾ ਅੱਡ ਅੱਡ। ਖਰਾ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਵਿਚਾਰਦਾ ਹੈ, ਖੋਟਾ ਬ੍ਰਾਹਮਣ ਉਹ ਹੈ ਜਿਹੜਾ ਮੂਰਤੀ ਪੂਜਕ ਹੈ, ਜਿਹਨੇ ਬਾਟ ਪਾੜੀ ਹੈ, ਉਹ ਪੰਡਤ ਹੈ। ਜਦ ਖੋਟ ਆ ਗਈ, ਪੰਡਤ ਬਣ ਗਿਆ, ਮਾਇਆਧਾਰੀ ਹੋ ਗਿਆ, ਰਾਜੇ ਦੇ ਅਧੀਨ ਚਲਿਆ ਗਿਆ। ਉਹ ਬ੍ਰਾਹਮਣ ਦਾ ਰਾਜੇ ਨੂੰ ਰਾਜਾ ਮੰਨਦਾ ਹੀ ਨਹੀਂ। ਕੋਈ ਹਰਸਮਾਨ ਦੀ ਰਾਜਾ ਕਹਿੰਦਾ ਸੀ, ਉਹ ਕਹਿੰਦਾ ਕੋਈ ਹਰਸਮਾਨ ਦੀ ਰਾਜਾ। ਇਹ ਵਿਸ਼ਨੂੰ ਦੀ ਪੂਜਾ ਕਰਦਾ, ਮੂਰਤੀ ਦੀ ਪੂਜਾ ਕਰਦਾ, ਤੇ ਬ੍ਰਾਹਮਣ ਕਿੱਥੋਂ ਹੋ ਗਿਆ? ਇਹ ਬੇਸਿਕ ਗੱਲ ਹੈ, ਇਹ ਉੱਥੋਂ ਅੱਡ ਹੋਈ ਹੋਈ ਹੈ। ਬ੍ਰਾਹਮਣ ਔਰ ਪੰਡਤ ਤੋਂ ਅੱਡ ਹੋਈ ਗੱਲ ਹੈ, ਉਹੀ ਆ ਰਹੀ ਹੈ। ਇਸ ਕਰਕੇ ਪਿੱਛੇ ਜੋੜੇ ਤੇ ਬਿਨਾਂ ਇੱਥੋਂ ਜਿੱਥੋਂ ਗੱਲ ਚੱਕੀ ਹੈ, ਇੱਥੋਂ ਪੰਡਤ ਔਰ ਬ੍ਰਾਹਮਣ ਦੀ ਗੱਲ ਅੱਡ ਅੱਡ ਹੋ ਰਹੀ ਹੈ।
ਜਿੰਨਾ ਚਿਰ ਇੱਥੋਂ ਨਹੀਂ ਚੱਲਦੇ ਅੱਜ ਵਾਲੀ ਹਾਲਤ ਵਿੱਚ ਅਸੀਂ ਪਹੁੰਚ ਨਹੀਂ ਸਕਦੇ। ਫਿਰ ਦੁੱਧਾਰ ਪਾਣੀ ਵੱਖਰਾ ਹੁੰਦਾ ਚਲੇ ਜਾਊਗਾ। ਇਹ ਤਾਂ ਪਿੱਛੋਂ ਹੀ ਹੋਈ ਹੈ ਗੱਲ। ਤਿਤ ਨਾਮ ਲਾਗ 33 ਧਿਆਵੈ ਜਤੀ ਤਪੀਸਰ ਮਨ ਵਸਿਆ। ਤਿਤ ਨਾਮ ਲਾਗ ਉਸੇ ਨਾਮ ਨੂੰ ਲੱਗ ਕੇ 33 ਕਰੋੜ ਦੇਵਤੇ ਨੇ ਜਿਹੜੇ ਉਹ ਲੱਭਦੇ ਉਸੇ ਨਾਮ ਨੂੰ ਫਿਰਦੇ ਨੇ। ਕਿਸੇ ਨੂੰ ਲੱਭੇ ਵੀ ਧਿਆਨ ਰੱਖਦੇ ਨੇ, ਧਿਆਨ ਲਾਇਆ ਹੋਇਆ। ਜਤੀ ਤਪੀਸਰ ਮਨ ਵਸਿਆ। ਜਤੀ ਔਰ ਤਪੀਸਰਾਂ ਦੇ ਮਨ ਉਹੀ ਵਸਿਆ ਹੋਇਆ, ਸੱਚ ਮੰਨਿਆ ਹੋਇਆ ਉਹਨਾਂ ਨੇ ਵੀ ਨਾਮ ਮਿਲਣਾ ਚਾਹੀਦਾ। ਨਾਮ ਕਿਹਾ ਜਾਂਦਾ ਕੀ ਹੁੰਦਾ ਇਹਦੇ ਬਾਰੇ ਮੈਂ ਬੜਪੂਸਾ ਜ਼ਰੂਰ ਹੈ, ਪਰ ਚਾਹੁੰਦੇ ਸਾਰੇ ਨਾਮ ਨੇ। ਗੱਲ ਸਾਰੇ ਨਾਮ ਦੀ ਕਰਦੇ ਨੇ। ਅਸਲੀ ਔਰ ਨਕਲੀ ਨਾਮ 'ਚ ਫਰਕ ਹੈ। ਭਗਤੀ ਨਾਮ ਜਪਣਾ ਭਗਤੀ ਹੈ ਨਾ। ਭਗਤੀ ਬਹੁਤੇ ਪ੍ਰਕਾਰ ਦੀ ਕਿਉਂ ਹੋਗੀ? ਅਸੰਖ ਭਗਤੀ, ਅਸੰਖ ਕਿਸਮ ਦੀ ਭਗਤੀ ਕਿਉਂ ਹੈ? ਕਿਉਂਕਿ ਅਸੰਖ ਜਪ ਹੋ ਗਏ। ਜਪ ਇੱਕੋ ਕਿਉਂ ਨਹੀਂ ਰਿਹਾ? ਇਸ ਨਾਮ ਵਾਸਤੇ ਇੱਕੋ ਜਪ। ਜੇ ਤਾਂ ਨਾਮ ਇੱਕ ਰਹਿੰਦਾ ਫਿਰ ਤਾਂ ਜਪ ਵੀ ਇੱਕ ਰਹਿੰਦਾ। ਜੇ ਨਾਮ ਹੀ ਨਹੀਂ ਇੱਕ ਰਿਹਾ ਤੇ ਜਪ ਇੱਕ ਕਿਵੇਂ ਰਹਿ ਜਾਂਦਾ? ਜੇ ਨਾਮ ਇੱਕ ਨਹੀਂ ਰਿਹਾ ਪ੍ਰਾਪਤੀ ਵਾਸਤੇ ਤਪ ਇੱਕ ਕਿਵੇਂ ਰਹਿ ਜਾਂਦਾ? ਇਸ ਕਰਕੇ ਤਪ ਵੀ ਅੱਡ ਅੱਡ ਹੋ ਗਏ। ਆਪਣੀ ਬੁੱਧ ਹੈ ਜੇਤੀ ਜੇਤੀ। ਜਿਵੇਂ ਜਿਵੇਂ ਆਪਣੀ ਬੁੱਧੀ ਸੀ ਤਿਵੇਂ ਤਿਵੇਂ ਮੱਤਾ ਬਣਾ ਲਿਆ, ਉਹ ਜਿਹਾ ਜਪ ਬਣਾ ਲਿਆ, ਉਹ ਜਿਹਾ ਤਪ ਬਣਾ ਲਿਆ, ਉਹ ਜਿਹਾ ਨਾਮ ਬਣਾ ਲਿਆ, ਉਹ ਜਿਹਾ ਸਿਮਰਨ ਬਣਾ ਲਿਆ। ਆਹ ਗੱਲ ਹੈ। ਇਹਦਾ ਫੈਸਲਾ ਕੀਤਾ ਗੁਰਬਾਣੀ ਨੇ ਆ ਕੇ। ਸੱਚ ਕੀ ਹੈ, ਝੂਠ ਕੀ ਹੈ? ਬਾਕੀ ਸਭ ਝੂਠ ਹੈ, ਇੱਕ ਸੱਚ ਹੈ। ਜਿਹੜਾ ਸੱਚ ਹੈ ਉਹ ਇੱਕ ਹੈ। ਸੱਚ ਹੁੰਦਾ ਇੱਕ ਹੈ। ਉਹ ਇੱਕ ਸੱਚ ਕੀ ਹੈ ਉਹ ਦੱਸਦਾ। ਆਦ ਤੋਂ ਲੈ ਕੇ ਸੱਚ ਆਇਆ ਉਹ ਜਿਹੜਾ ਇੱਕ ਸੱਚ ਹੈ ਨਾ, ਜਿਹਨੂੰ ਸਤ ਨਾਮ, ਜਿਹੜਾ ਨਾਮ ਬਾਰੇ ਸੱਚਾਈ ਹੈ, ਨਾਮ ਸੱਚ ਹੈ, ਉਹ ਦੱਸਿਆ। ਬਾਕੀ ਝੂਠੇ ਨੇ ਸਭ ਨਾਮ। ਬਾਕੀ ਨਾਮ ਜਿਹੜੇ ਨੇ ਲੋਕਾਂ ਨੇ ਝੂਠੀਆਂ ਮੱਤਾਂ ਨੇ, ਉਹ ਝੂਠ ਹੈ। ਸਤਨਾਮ ਜੋ ਅਸਲੀ ਨਾਮ ਉਹ ਦੱਸਿਆ ਗੁਰਬਾਣੀ ਨੇ। ਫੈਸਲਾ ਕਰਤਾ ਆਦ ਤੋਂ ਹੀ ਲੈ ਕੇ ਸੱਚ ਹੈ, ਜੁਗਾਤ ਤੋਂ ਹੀ ਲੈ ਕੇ ਸੱਚ ਹੈ, ਹੁਣ ਵੀ ਉਹੀ ਸੱਚ ਹੈ। ਨਾਨਕ ਕਹਿੰਦਾ ਰਹੂਗਾ ਵੀ ਉਹੀ ਸੱਚ ਨਾ। ਉਹ ਕੀ ਹੈ? ਹੁਕਮ ਹੈ ਨਾ। ਏਕੋ ਨਾਮ ਹੁਕਮ ਹੈ। ਗੁਰ ਸਤਿਗੁਰ ਦੀਆ ਬੁਝਾਏ ਜੀ। ਸੋਈ ਨਾਮ ਸਿਮਰ ਗੰਗੇਵ ਪਤਾਮੈ ਚਰਨ ਲਾਗ ਚਿਤ ਅੰਮ੍ਰਿਤ ਰਸਿਆ। ਸੋਈ ਨਾਮ ਉਹੀ ਨਾਮ ਲੈ ਗੰਗੇਵ ਪਤਾਮੋ। ਭੀਸ਼ਮ ਪਤਾਮੇ ਨੂੰ ਕਹਿੰਦੇ ਨੇ ਗੰਗੇਵ ਪਤਾਮੋ। ਇਹਨਾਂ ਨੇ ਭੀਸ਼ਮ ਪਤਾਮੇ ਨੂੰ ਗੰਗੇ ਪਤਾਮਾ ਉਹਦਾ ਹੀ ਅਸਰ ਸੀ ਨਾਮ ਦਾ। ਭੀਸ਼ਮ ਪਤਾਮਾ ਤੇ ਤਾਂ ਐਡਾ ਬੜਾ ਤਿਆਗ ਕਰਤਾ। ਅਸਰ ਸੀ ਇਹਨਾਂ ਦੇ ਕੁਲ ਦੇ ਵਿੱਚੋਂ ਹੀ। ਫਿਰ ਉਹ ਅੱਗੇ ਜਾ ਕੇ ਪਰਾਜ ਹੋਏ ਨੇ। ਜਿਨਮੇ ਜਾ ਜਿਹੜਾ ਹੋਇਆ ਇਹ ਉਹ ਹੋਇਆ ਆਪਣਾ ਪ੍ਰੀਸ਼ਤ ਹੋਇਆ। ਇਹਨਾਂ ਦੀ ਕੁਲ ਚੀਜ਼ ਹੋਏ ਨੇ। ਸੋਈ ਨਾਮ ਸਿਮਰ ਗੰਗੇਵ ਪਤਾਮੈ ਚਰਨ ਚਿਤ ਅੰਮ੍ਰਿਤ ਰਸਿਆ। ਚਰਨ ਚਿਤ ਅੰਮ੍ਰਿਤ ਰਸਿਆ। ਗੰਗੇ ਪਤਾਮੇ ਦੀ ਕਹਾਣੀ ਇਹਨਾਂ ਨੇ ਜੋ ਬਣਾਈ ਉਹ ਗਲਤ ਹੈ। ਗੰਗੇਵ ਗੰਗਾ ਦਾ ਪੁੱਤਰ ਸੀ। ਉਹ ਆਹੀ ਗੰਗਾ ਸੀ, ਗਿਆਨ ਦੀ ਗੰਗਾ, ਗੁਰਮਤ ਗੁਰਮਤ ਰੂਪੀ ਗਿਆਨ ਦਾ ਗੰਗਾ ਦਾ ਪੁੱਤਰ ਸੀ। ਉਹ ਗੰਗੇਵ ਸੀ, ਉਹ ਗੁਰਮੁਖ ਸੀ ਅਸਲ 'ਚ। ਇਹ ਹੁਣ ਮਹਾਭਾਰਤ ਸ਼ੁੱਧ ਕਰਤੀ ਇੱਥੇ। ਉਹ ਤਾਂ ਗੁਰਮੁਖ ਸੀ। ਗੰਗੇ ਪਤਾਮਾ ਚਿਤ ਅੰਮ੍ਰਿਤ ਰਸਿਆ। ਚਰਨ ਚਿਤ ਅੰਮ੍ਰਿਤ ਰਸਿਆ। ਪਿਤਾਮਾ ਹੁੰਦਾ ਬਜ਼ੁਰਗ, ਪਿਤਾ ਦਾ ਵੀ ਪਿਤਾ ਬਜ਼ੁਰਗ ਇਹਨਾਂ ਦਾ ਸੀ ਨਾ। ਪਾਂਡਵਾਂ ਦਾ ਉਹ ਤਾਂ ਮੈਂ ਸਮਝ ਗਿਆ ਆਪਣੇ ਹਿਸਾਬ। ਚਰਨ ਚਿਤ ਅੰਮ੍ਰਿਤ ਰਸਿਆ। ਪਿਤਾਮਾ ਦਾ ਉਹ ਪਿਤਾ ਮਾਂ ਇਕੱਠਾ ਹੋਵੇ ਜਿਹੜਾ ਉਹਨੂੰ ਕਹਿੰਦੇ ਨੇ। ਪਿਤਾ ਮਾਂ ਇਕੱਠਾ, ਮਾਂ ਬਾਪ ਇਕੱਠਾ ਹੀ ਹੋਵੇ, ਜਿਹੜਾ ਇੱਕ ਹੋਵੇ ਉਹ ਪਿਤਾਮਾ ਹੁੰਦਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਹਾਂ, ਪਿਤਾਮਾ ਉਹਨੂੰ ਕਹਿੰਦੇ ਨੇ। ਮਾਤਾ ਪਿਤਾ ਜਿਹਦੇ ਇੱਕ ਹੋਣ, ਦੋ ਨਾ ਹੋਣ।
ਜਿਵੇਂ ਗੁਰਮੁਖ ਹੈ ਉਹ ਸਾਰੇ ਪਤਾਮਾ ਹੀ ਨੇ, ਉਹਨਾਂ ਦੀ ਉਹੀ ਮਾਂ ਹੈ ਉਹੀ ਬਾਪ ਹੈ। ਜਿਨ੍ਹਾਂ ਦੇ ਦੋ ਮਾਂ ਬਾਪ ਨੇ ਉਹ ਸਰੀਰ ਨਾਲ ਜੁੜੇ ਹੋਏ ਨੇ, ਜਿਹੜਾ ਆਤਮਾ ਦੇ ਲੈਵਲ ਤੇ ਜਿਉਂਦਾ ਉਹਦਾ ਉਹ ਪਤਾਮਾ, ਉਹਦਾ ਹੁਕਮ ਹੈ ਪਿਓ ਹੈ, ਹੁਕਮ ਹੈ ਮਾਂ, ਨਾਮ ਹੈ ਹੁਕਮ ਹੈ, ਨਾਮ ਹੈ ਮਾਂ। ਠੀਕ ਹੈ। ਚਰਨ ਚਿਤ ਅੰਮ੍ਰਿਤ ਰਸਿਆ, ਚਰਨ ਚਿੱਤ ਅੰਮ੍ਰਿਤ ਰਸਿਆ, ਚਿੱਤ ਦੇ ਵਿੱਚ ਉਹਦੇ ਚਰਨ ਹੈ, ਅੰਮ੍ਰਿਤ ਰਸ ਆ ਰਿਹਾ, ਚਿੱਤ ਵਿੱਚ ਉਹਦੇ ਹੁਕਮ ਹੈ, ਤੁਰਕੀ ਬਾਣੀ ਉਹਦੇ ਚਿੱਤ ਵਿੱਚ ਪ੍ਰਗਟ ਹੈ, ਪਰ ਅੰਮ੍ਰਿਤ ਦਾ ਰਸ ਆ ਰਿਹਾ, ਉਹਨੂੰ ਬੇਗਾ ਅੰਦਰ ਵਰਸ ਰਿਹਾ ਹੈ, ਸ਼ਬਦ ਗੁਰੂ ਨਾਲ ਸੰਪਰਕ ਹੈ, ਸੁਰਤ ਸ਼ਬਦ ਨਾਲ ਜੁੜੀ ਹੋਈ ਹੈ, ਅੰਮ੍ਰਿਤ ਦੀ ਵਰਸ਼ਾ ਹੋ ਰਹੀ ਹੈ, ਅੰਦਰ ਸੋਝੀ ਹਰ ਵਕਤ ਆ ਰਹੀ ਹੈ। ਅੰਮ੍ਰਿਤ ਦਾ ਮਤਲਬ ਹੈ ਸੋਝੀ ਹਰ ਵਕਤ ਆ ਰਹੀ ਹੈ, ਨਵੀਂ ਤੇ ਨਵੀਂ ਗੱਲ, ਨਵੀਂ ਤੇ ਨਵਾਂ ਗਿਆਨ, ਕਹਾਂ ਤੋਂ ਕਹਾਂ ਦਾ ਗਿਆਨ, ਉੱਚੇ ਤੇ ਉੱਚਾ ਭਗਵੰਤ ਦੀ ਸੋਝੀ ਆ ਰਹੀ ਹੈ ਉਹਨੂੰ। ਤਿਤ ਨਾਮ ਗੁਰੂ ਗੰਭੀਰ, ਗਰੂਆ ਮਤ ਸਤਿਗੁਰ ਸੰਗਤ ਉਦਰੀਆ। ਤਿਤ ਨਾਮ ਉਹੀ ਨਾਮ ਹੈ ਜਿਹੜਾ ਗੁਰੂ, ਤਿਤ ਨਾਮ ਗੁਰੂ, ਤਿਤ ਨਾਮ ਗੁਰੂ, ਉਹ ਨਾਮ ਗੁਰੂ ਦਾ ਨਾਮ ਹੈ, ਪਰਮੇਸ਼ਰ ਦਾ ਨਾਮ ਹੈ, ਤਾਂ ਪਰਮੇਸ਼ਰ ਦਾ ਹੁਕਮ ਹੈ। ਗੰਭੀਰ ਉਹੀ ਨਾਮ ਗੁਰੂ ਹੈ, ਉਹੀ ਉਹ ਗੁਰੂ ਹੈ, ਆਦਮੀ ਗੁਰੂ ਨਹੀਂ ਹੈ, ਗਿਆਨ ਗੁਰੂ ਹੈ ਉਹ ਨਾਮ ਦੇ ਵਿੱਚ, ਉਹੀ ਨਾਮ ਗੁਰੂ ਹੈ, ਉਹੀ ਸ਼ਬਦ ਗੁਰੂ ਹੈ। ਨਾਮ ਗੁਰੂ ਸ਼ਬਦ ਗੁਰੂ ਆ ਗਿਆ ਹੁਣ ਇੱਥੇ ਨਾਮ ਗੁਰੂ ਕਹਿੰਦਾ, ਇਹ ਸ਼ਬਦ ਗੁਰੂ ਹੈ ਉਹੀ। ਹਾਂ, ਗੰਭੀਰ ਗਰੂਆ ਮਤ ਗੰਭੀਰ ਗਰੂਆ ਹੁੰਦਾ ਚੇਲਾ ਸਿੱਖ, ਗੁਰੂ ਤੋਂ ਜਿਹੜਾ ਸਿੱਖਿਆ ਲੈ ਰਿਹਾ ਉਹਨੂੰ ਗਰੂਆ ਕਹਿੰਦੇ। ਗੁਰਮੁਖ ਦੇਖ ਗਰੂ ਸੁਖ ਪਾਵੇ। ਹਾਂ, ਗੁਰਮੁਖ ਦੇਖ ਗਰੂ ਸੁਖ ਪਾਵੇ। ਗੁਰੂ ਦਾ ਜਦ ਮੁਖ ਦੇਖਦਾ ਤਾਂ ਗਰੂ ਜਿਹੜਾ ਚੇਲਾ ਉਹਨੂੰ ਸੁਖ ਮਿਲਦਾ। ਜਦੋਂ ਉਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੁੰਦਾ, ਦਰਸ਼ਨ ਕਰਦਾ ਤਾਂ ਉਹਨੂੰ ਸੁਖ ਮਿਲਦਾ। ਉਹ ਗਰੂਆ ਮਤ ਜਿਹੜੇ ਚੇਲੇ ਦੀ ਮਤ ਜਿਹੜੀ ਸੀ, ਸਤਿਗੁਰ ਸੰਗਤ ਦੀ ਉਦਰੀਆ। ਗੰਭੀਰ ਜਦ ਹੋਇਆ ਗਰੂਆ, ਮਤ ਗੁਰਬਾਣੀ ਪ੍ਰਤੀ ਸ਼ਬਦ ਪ੍ਰਤੀ ਗੰਭੀਰ ਹੋਇਆ, ਤਾਂ ਉਹ ਸਤਿਗੁਰ ਮਤ ਸਤਿਗੁਰ ਮਤ, ਤਾਂ ਉਹਦੀ ਸਤ ਮਤ ਹੋਈ, ਸੱਚੀ ਮਤ ਹੋਈ, ਮਤ ਸਤਿਗੁਰੀ ਸੰਗਤ ਉਦਰੀਆ। ਤਾਂ ਉਹ ਇੱਕ ਮਨ ਇੱਕ ਚਿੱਤ ਹੋ ਕੇ ਉਧਾਰ ਹੋਇਆ। ਉਹਦਾ ਸੰਗਤ ਹੁੰਦੀ ਹੈ ਇੱਕ ਮਨ ਔਰ ਚਿੱਤ ਦਾ ਇੱਕ ਹੋ ਜਾਣ। ਸੱਚੀ ਮਤ ਦੀ ਸੋਝੀ ਆਈ ਔਰ ਇੱਕ ਮਨ ਇੱਕ ਚਿੱਤ ਹੋ ਗਿਆ, ਉੱਪਰ ਉੱਠ ਗਿਆ ਮਾਇਆ। ਸੋਈ ਨਾਮ ਅਛਲ ਭਗਤੈ ਭਵ ਤਾਰਨ, ਅਮਰਦਾਸ ਗੁਰ ਕੋ ਫੁਰਿਆ। ਸੋਈ ਨਾਮ ਅਛਲ ਭਗਤੈ ਭਵ ਤਾਰਨ, ਉਹੀ ਨਾਮ ਹੈ। ਅਛਲ ਹੈ, ਛਲ ਕਪਟ ਤੋਂ ਰਹਿਤ ਹੈ, ਭਗਤਾਂ ਨੂੰ ਭਵ ਜਲ ਤੋਂ ਤਾਰਨ ਵਾਲਾ ਹੈ। ਅਮਰਦਾਸ ਗੁਰ ਕੋ ਉਹੀ ਨਾਮ ਫੁਰਿਆ, ਹੋਰ ਕੋਈ ਨਾਮ ਨਹੀਂ ਫੁਰਿਆ। ਅਮਰਦਾਸ ਗੁਰ